पंजाब वन टीवी देख रहे सारे दर्शकों ਨੂੰ ਜਸਵੰਤ ਸਿੰਘ ਸ਼ਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਜ਼ਰ ਹਾਂ ਪ੍ਰੋਗਰਾਮ ਪ੍ਰਵਾਸੀ ਲੈ ਕੇ। ਅੱਜ ਦੇ ਇਸ ਪ੍ਰਵਾਸੀ ਪ੍ਰੋਗਰਾਮ ਵਿੱਚ ਅੱਜ ਅਸੀਂ ਜਿਸ ਕਲਾਕਾਰ ਐਕਟਰ ਡਾਇਰੈਕਟਰ ਨੂੰ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ, ਉਹਨਾਂ ਨੇ ਆਪਣੀ ਜ਼ਿੰਦਗੀ ਦੇ 4 ਦਹਾਕੇ ਰੰਗਮੰਚ ਜਾਨੀ ਥੀਏਟਰ ਨੂੰ ਸਮਰਪਿਤ ਕੀਤੇ ਨੇ। ਪੰਜਾਬ ਵਿੱਚ ਰਹਿੰਦੇ ਆ ਅਤੇ ਅਮਰੀਕਾ ਵਿੱਚ ਰਹਿੰਦੇ ਆ ਉਹਨਾਂ ਨੇ ਬਹੁਤ ਸਾਰੇ ਨਾਟਕ ਖੇਡੇ, ਡਾਇਰੈਕਟ ਕੀਤੇ ਅਤੇ ਇੱਕ ਬਹੁਤ ਕਮਾਲ ਦੀ ਫਿਲਮ ਵੀ ਡਾਇਰੈਕਟ ਕੀਤੀ। ਫਿਲਮ ਐਸੀ ਡਾਇਰੈਕਟ ਕੀਤੀ ਕਿ ਜਿਸ ਨੂੰ 10 ਤੋਂ ਜ਼ਿਆਦਾ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਹਨ। ਮੇਰੀ ਮੁਰਾਦ ਮਾਨਯੋਗ ਮਿਸਟਰ ਅਸ਼ੋਕ ਟਾਂਗਰੀ ਜੀ। ਅਸ਼ੋਕ ਟਾਂਗਰੀ ਜੀ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਟਾਂਗਰੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਆਇਆਂ ਨੂੰ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਸ਼ਾਹ ਸਾਹਿਬ। ਸਭ ਤੋਂ ਪਹਿਲਾਂ ਤਾਂ ਪੰਜਾਬ ਵਨ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਹੈ ਸ਼ਾਹ ਸਾਹਿਬ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਟੀਵੀ ਦੇ ਮਾਧਿਅਮ ਦੇ ਥਰੂ ਮਤਲਬ ਮੈਂ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋ ਸਕਾਂ। ਟਾਂਗਰੀ ਸਾਹਿਬ, ਤੁਸੀਂ ਐਕਟਰ ਵੀ ਹੋ, ਡਾਇਰੈਕਟਰ ਵੀ ਹੋ। ਐਕਟਿੰਗ ਦਾ ਸ਼ੌਕ ਸਬੱਬ ਕਦੋਂ ਕੁ ਬਣਿਆ? ਇਹ ਦੱਸੋ ਸ਼ਾਹ ਸਾਹਿਬ, ਇੱਕ ਜ਼ਿੰਦਗੀ ਜਦੋਂ ਤੁਹਾਡਾ ਬਚਪਨ ਦੇ ਦੌਰ 'ਚੋਂ ਤੁਸੀਂ ਜਵਾਨੀ 'ਚ ਪੈਰ ਰੱਖਦੇ ਹੋ, ਤੁਹਾਡੇ ਅੰਦਰ ਕੁਛ ਨਾ ਕੁਛ ਬਣਨ ਦੀ ਚਿੰਗ ਹੁੰਦੀ ਹੈ। ਕੋਈ ਪਲੇਅਰ ਬਣਦਾ ਹੈ, ਕੋਈ ਐਕਟਰ ਬਣਦਾ ਹੈ, ਕੋਈ ਪੇਂਟਰ ਬਣਦਾ ਹੈ। ਇਹ ਮੈਂ ਕਹਿ ਸਕਦਾ ਵੀ ਕਿ ਇਹ ਕੁਛ ਕੁਦਰਤੀ ਉਹ ਦੇਣ ਹੈ। ਮੇਰੇ ਅੰਦਰ ਚਿੰਗ ਸੀ ਕਿ ਮੈਂ ਸਟੇਜ ਕਰਾਂ, ਨਾਟਕ ਕਰਾਂ। ਤੇ ਉਹਨਾਂ ਜ਼ਮਾਨਿਆਂ ਜਦੋਂ ਮੈਂ ਸ਼ੁਰੂ ਕੀਤਾ ਸੀ, ਉਦੋਂ ਟੀਵੀ ਉੱਤੇ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ, ਹਵਾ ਮਹਿਲ। ਉਹਦੇ 'ਚ ਨਾਟਕ ਆਉਂਦੇ ਹੁੰਦੇ ਸੀ ਛੋਟੇ ਛੋਟੇ ਉਰਦੂ ਦੇ ਵਿੱਚ। ਤੇ ਮੈਨੂੰ ਬੜਾ ਸ਼ੌਕ ਸੀ ਉਹਨਾਂ ਨੂੰ ਸੁਣਨ ਦਾ ਤੇ ਉਹਨਾਂ ਦੇ ਵਾਂਗੂ ਕੁਛ ਨਾ ਕੁਛ ਕਰਨ ਦਾ, ਇਮੀਟੇਸ਼ਨ ਕਰਨ ਦਾ, ਸਮਝ ਲਓ, ਜਾਂ ਉਹਨਾਂ ਦੀ ਮਮਿਕਰੀ ਕਰਨ ਦਾ। ਤੇ ਉਹ ਚਿੰਗ ਬਣਦੀ 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 ਉਹ ਮਤਲਬ ਇੱਕ ਵੱਡੀ ਹੋ ਗਈ। ਕਦੋਂ, ਕਿੰਨੇ ਸਾਲ ਦੀ ਉਮਰ ਵਿੱਚ ਤੁਸੀਂ? ਇਹ ਮੇਰੇ ਖਿਆਲ ਸਨ 70-70 ਦੀਆਂ ਗੱਲਾਂ ਹੋਣੀਆਂ ਜੀ, ਜਦੋਂ ਮੈਂ ਉਦੋਂ ਚੌਥੀ ਪੰਜਵੀਂ ਸ਼ਾਇਦ ਪੜ੍ਹਦਾ ਸੀਗਾ ਜੀ। ਤੇ ਉਦੋਂ ਦੀਆਂ ਗੱਲਾਂ ਦੀ, ਸਕੂਲ ਟਾਈਮ ਦੀਆਂ ਗੱਲਾਂ ਨੇ ਜੀ। ਹਾਂਜੀ। ਹੁਣ ਤੱਕ ਕਿੰਨੇ ਕੁ ਨਾਟਕ ਖੇਡ ਚੁੱਕੇ ਹੋ ਮੋਟੇ ਤੌਰ ਤੇ? ਹਾਂ, ਗਿਣਤੀ ਹੈ ਸ਼ਾਹ ਸਾਹਿਬ, ਹੁਣ ਮੈਂ ਗਿਣਤੀ ਤਾਂ ਨਹੀਂ ਕਰ ਸਕਦਾ। ਮੇਰਾ ਤਕਰੀਬਨ 40 ਸਾਲ ਦਾ ਸਫ਼ਰ ਹੈ ਇਹ। ਮੈਂ ਆਲ ਓਵਰ ਵਰਲਡ ਦੇ ਵਿੱਚ ਹੀ ਨਾਟਕ ਖੇਡੇ ਨੇ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਇੰਗਲੈਂਡ, ਕੈਨੇਡਾ, ਇੰਡੀਆ ਦਾ ਬਹੁਤ ਜ਼ਿਆਦਾ ਖੇਡੇ ਨੇ। ਤੇ USA ਦੇ ਵਿੱਚ ਵੀ ਤਕਰੀਬਨ ਸਾਲ ਦੇ 4 ਨਾਟਕ ਖੇਡ ਲਈਦਾ। ਗਿਣਤੀ ਕਰਨੀ ਬੜੀ ਔਖੀ ਹੈ ਇਸ ਵੇਲੇ। ਜੀ। ਤੁਸੀਂ ਉਸਤਾਦਾਂ ਦੇ ਕੋਲੋਂ ਵੀ ਮਾਰਾਂ ਖਾਧੀਆਂ, ਸਿੱਖਿਆ। ਤੁਹਾਡੇ ਉਸਤਾਦ ਹਰਪਾਲ ਟਿਵਾਣਾ ਜੀ ਬੜੀ ਨਾਮਵਰ ਹਸਤੀ ਹੋਏ ਨੇ, ਬੜੇ ਉਹਨਾਂ ਨੂੰ ਧਨੰਤਰ ਉਸਤਾਦ ਵਜੋਂ ਜਾਣਿਆ ਜਾਂਦਾ ਪੰਜਾਬੀ ਰੰਗਮੰਚ ਦੇ ਵਿੱਚ। ਤੁਹਾਨੂੰ ਉਹਨਾਂ ਦੇ ਨਾਲ ਕਈ ਸਾਲ ਰੰਗਮੰਚ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਹਨਾਂ ਦੀ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ, ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਸਮਝਾਉਣ ਦਾ ਤਰੀਕਾ ਸੀ? ਕਿਉਂਕਿ ਉਹਨਾਂ ਦੇ ਚੰਡੇ ਹੋਏ ਸਾਰੇ ਜਿੰਨੇ ਵੀ ਸ਼ਾਗਿਰਦ ਨੇ ਸਾਰੇ ਕਾਮਯਾਬ। ਸ਼ਾਹ ਸਾਹਿਬ, ਮੈਂ ਬੜਾ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਲੇਟ ਹਰਪਾਲ ਟਿਵਾਣਾ ਜੀ ਜਿਹੜੇ ਵਿਚਾਰੇ ਫੌਤ ਪਾ ਗਏ, ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਉਹਨਾਂ ਦੇ ਬੜੇ ਸ਼ਾਗਿਰਦ ਹੋਏ ਨੇ ਜੀ। ਉਹ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਤੋਂ ਟ੍ਰੇਨਡ ਸੀ। ਉਹਨਾਂ ਦੇ ਵਾਈਫ ਨੀਨਾ ਟਿਵਾਣਾ, ਉਹ ਵੀ ਉੱਥੋਂ ਟ੍ਰੇਨਡ ਸੀ। ਮਤਲਬ ਉਹਦਾ ਮਿਸਿਸ ਦਾ ਉਹਨਾਂ ਦੇ ਹੈਗੇ ਨੇ ਹੁਣ। ਉਹਨਾਂ ਦੇ ਪਹਿਲੇ ਸ਼ਾਗਿਰਦਾਂ ਦੇ ਵਿੱਚੋਂ ਰਾਜ ਬੱਬਰ, ਓਮਪੁਰੀ ਸਾਹਿਬ, ਗੁਰਦਾਸ ਮਾਨ, ਮਹਿੰਦਰ ਸੰਧੂ, ਸਰਦਾਰ ਸੋਹੀ ਜੋ ਕਿ ਅੱਜ ਕੱਲ੍ਹ ਬਹੁਤ ਵੱਡੇ ਲੀਜੈਂਡ ਨੇ, ਨਿਰਮਲ ਰਿਸ਼ੀ। ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਨਿਮਾਣਾ ਜਿਹਾ ਸ਼ਖਸ ਜਿਹੜਾ ਕਿ ਉੱਥੇ ਕੰਮ ਕਰਦਾ ਸੀ। ਤੇ ਮੈਂ ਬੇਸਿਕ ਜਿਹੜੀ ਮੇਰੀ ਟ੍ਰੇਨਿੰਗ ਹੈ ਇਹ ਮੇਰੀ ਸਾਰੀ ਹਰਪਾਲ ਟਿਵਾਣਾ ਜੀ ਦੇ ਗਰੁੱਪ ਤੋਂ ਹੋਈ ਹੈ, ਜੋ ਕਿ ਇੱਕ ਨੈਚੁਰਲ ਥੀਏਟਰ, ਉਹਨਾਂ ਨੂੰ ਗੋਡ ਫਾਦਰ ਆਫ ਮਾਡਰਨ ਥੀਏਟਰ ਦਾ ਖਿਤਾਬ ਪੰਜਾਬ ਦੇ ਵਿੱਚ ਦਿੱਤਾ ਜਾਂਦਾ ਜਾਂ ਐਨਸਾਈਕਲੋਪੀਡੀਆ ਦੇ ਵਿੱਚ। ਸੋ ਮੈਂ ਬੜਾ ਫਖਰ ਮਹਿਸੂਸ ਕਰਦਾ ਜੀ ਕਿ ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਡਾਕਟਰ ਸਾਹਿਬ, ਤੁਸੀਂ ਇਸ ਮਾਡਰਨ ਥੀਏਟਰ ਦੀ ਗੱਲ ਕੀਤੀ, ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਫਿਲਮ ਆਈ ਸੀ ਤੁਹਾਡੀ ਲੌਂਗ ਦਾ ਲਿਸ਼ਕਾਰ ਜੀ। ਉਹਦੇ ਵਿੱਚ ਤੁਹਾਡਾ ਇੱਕ ਬੜਾ ਛੋਟਾ ਜਿਹਾ ਪਰ ਬੜਾ ਭਾਵਪੂਰਤ ਹਾਕਮ ਡਾਕੀਏ ਦਾ ਰੋਲ ਸੀਗਾ ਜੀ। ਤੇ ਉਹਦਾ ਕਾਫੀ ਜ਼ਿਆਦਾ ਜ਼ਿਕਰ ਹੁੰਦਾ। ਅਕਸਰ ਤੁਹਾਡੇ ਸਰਕਲ ਦੇ ਬੰਦੇ ਜਾਂ ਜਿਹੜੇ ਤੁਹਾਨੂੰ ਪਛਾਣਨ ਵਾਲੇ ਆ ਅੱਜ ਵੀ ਉਹ ਤੁਹਾਨੂੰ ਇਸੇ ਹੀ ਪਹਿਚਾਣ ਦੇ ਨਾਲ ਯਾਦ ਕਰਦੇ ਆ। ਉਹਦੇ ਉਹਨਾਂ ਯਾਦਾਂ ਬਾਰੇ ਕੁਝ ਇੱਕ ਅੱਧੀ ਯਾਦ ਆਪਣੀ ਜਿਹੜੀ ਕੋਈ
ਸਾਂਝੀ ਕਰੋ please। ਹਾਂਜੀ, ਮੈਂ ਉਦੋਂ ਮੇਰੇ ਖਿਆਲ ਸ਼ਾਇਦ 20-21 ਸਾਲ ਦੀ ਸ਼ਾਇਦ ਮੇਰੀ ਉਦੋਂ ਉਮਰ ਹੋਣੀ, ਮੈਨੂੰ ਐਗਜ਼ੈਕਟਲੀ ਹੋਊਗੀ ਯਾਦ ਨਹੀਂ, ਬਹੁਤ ਲੌਂਗ ਟਾਈਮ ਬੈਕ, ਮੇਰੇ ਖਿਆਲ ਸਨ 80-81 ਦੀਆਂ ਗੱਲਾਂ ਨੇ ਇਹ। ਜੀ। ਤੇ ਉਦੋਂ ਅਸੀਂ ਮੈਂ ਉਹਨਾਂ ਨਾਲ ਬਕਾਇਦਾ ਤੌਰ ਤੇ ਨਾਟਕ ਕਰਦਾ ਹੁੰਦਾ ਸੀ ਟੋਣਾ ਸਾਹਿਬ ਦੇ ਨਾਲ। ਤੇ ਉਦੋਂ ਸਾਡਾ ਇੱਕ ਨਾਟਕ ਹੁੰਦਾ ਸੀ ਲੌਂਗ ਦਾ ਲਿਸ਼ਕਾਰਾ। ਅੱਛਾ, ਪਹਿਲੇ ਨਾਟਕ ਸੀਗਾ ਜੀ ਲੌਂਗ ਦਾ ਲਿਸ਼ਕਾਰਾ। ਨਾਟਕ ਤੋਂ ਬਾਅਦ ਫਿਰ ਕਿਉਂਕਿ ਉਦੋਂ ਫਿਲਮਾਂ ਥੀਏਟਰ ਵਾਲੇ ਮੋਸਟਲੀ ਘੱਟ ਫਿਲਮਾਂ ਦੇ ਵਿੱਚ ਜਾਂਦੇ ਹੁੰਦੇ ਸੀ, ਥੀਏਟਰ ਵਾਲੇ ਥੀਏਟਰ ਹੀ ਕਰਦੇ ਹੁੰਦੇ ਸੀ ਜ਼ਿਆਦਾਤਰ ਜੀ। ਉਦੋਂ ਫਿਰ ਉਹਨਾਂ ਨੇ ਇੱਕ ਬਣਾਇਆ ਵੀ ਯਾਰ ਸਾਰੀ ਫਿਲਮਾਂ ਬਣਾਈ ਜਾਂਦੇ ਆ। ਉਦੋਂ ਵਰਿੰਦਰ ਜੀ ਦਾ ਜ਼ਮਾਨਾ ਸੀ, ਵਰਿੰਦਰ ਜੀ ਤੇ ਹੋਰ ਬੜੇ ਐਕਟਰ ਡਾਇਰੈਕਟਰ ਸੀਗੇ ਉਦੋਂ, ਬੜੇ ਨਾਮਵਰ ਜਿਹੜੇ ਰੈਗੂਲਰ ਫਿਲਮਾਂ ਬਣਾਉਂਦੇ ਸੀਗੇ। ਤੇ ਇਹਨਾਂ ਨੇ ਫਿਰ ਇੱਕ ਬੈਠ ਕੇ ਸਾਡੀ ਰਿਪੈਰਟੀ ਸੀ ਜਿਹੜੀ, ਜਿਹਦੇ ਵਿੱਚ ਉਸ ਟਾਈਮ ਦੇ ਵਿੱਚ ਸਾਡੇ ਨਾਲ ਸਰਦਾਰ ਸੋਹੀ, ਗਿਰਜਾ ਸ਼ੰਕਰ, ਨਿਰਮਲ ਰਿਸ਼ੀ, ਮੈਂ, ਹੋਰ ਵੀ ਹੁੰਦੇ ਸੀ ਸਾਰੇ ਜਣੇ ਅਸੀਂ। ਤੇ ਟੋਣਾ ਸਾਹਿਬ ਕਹਿੰਦੇ ਯਾਰ ਇੱਕ ਫਿਲਮ ਬਣਾਈਏ ਆਪਾਂ। ਤੇ ਉਦੋਂ ਫਿਰ ਫਿਲਮ ਅਸੀਂ ਰਵਿੰਦਰ ਪੀਪੜ ਜੀ ਨੂੰ ਲੈ ਕੇ ਉਦੋਂ ਇੱਕ ਫਿਲਮ ਬਣਾਈ। ਮਤਲਬ ਇੱਕ ਸਾਡਾ ਮਤਲਬ ਪਲਾਨ ਬਣ ਗਿਆ ਵੀ ਨਾਟਕ ਕਾਮਯਾਬ ਸੀਗਾ ਵੀ ਚਲੋ ਇਹਦੀ ਫਿਲਮ ਬਣਾਈਏ, ਸ਼ਾਇਦ ਫਿਲਮ ਵੀ ਕਾਮਯਾਬ ਹੋਵੇ। ਔਰ ਬੜੀ ਪਰਮਾਤਮਾ ਦੀ ਕਿਰਪਾ ਰਹੀ ਉਹ ਫਿਲਮ ਮੇਰੇ ਖਿਆਲ ਹਰ ਪੰਜਾਬੀ ਦੇ ਘਰ ਦੇ ਵਿੱਚ, ਆਲ ਓਵਰ ਵਰਲਡ ਦੇ ਵਿੱਚ ਹਰ ਘਰ ਦੇ ਵਿੱਚ ਪਈ ਹੈ। ਬਿਲਕੁਲ ਜੀ। 2-3 ਪੰਜਾਬੀ ਫਿਲਮਾਂ ਦਾ ਜ਼ਿਕਰ ਆਉਂਦਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੀ। ਚੰਦ ਪਰਦੇਸੀ, ਲੌਂਗ ਦਾ ਲਿਸ਼ਕਾਰਾ, ਹਾਂਜੀ, ਜਾਂ 1-2 ਹੋਰ ਫਿਲਮਾਂ ਤੁਸੀਂ ਗਿਣ ਸਕਦੇ ਹੋ। ਬਿਲਕੁਲ। ਤੇ ਇਸ ਫਿਲਮ ਦੇ ਤਜਰਬੇ ਤੋਂ ਬਾਅਦ ਤੁਸੀਂ ਕੋਸ਼ਿਸ਼ ਕੀਤੀ ਫਿਲਮਾਂ ਦੇ ਵਿੱਚ ਰਹਿਣ ਦੀ, ਜਾਂ ਜ਼ਿਆਦਾ ਧਿਆਨ ਥੀਏਟਰ ਵੱਲ ਦਿੱਤਾ ਮੁੜ ਕੇ ਫਿਰ? ਨਹੀਂ ਜੀ, ਅਸੀਂ ਕਿਉਂਕਿ ਟਵਾਲਾ ਸਾਹਿਬ ਬੇਸਿਕਲੀ ਉਹ ਥੀਏਟਰ ਬਿਲੋਂਗ ਕਰਦੇ ਸੀਗੇ। ਤੇ ਸਾਡੇ ਦਿਮਾਗ ਦੇ ਵਿੱਚ ਵੀ ਕੋਈ ਬਹੁਤਾ ਇਹਦੇ ਦਿਮਾਗ ਦੇ ਵਿੱਚ ਇਹ ਨਹੀਂ ਸੀ ਵੀ ਅਸੀਂ ਯਾਰ ਫਿਲਮ ਐਕਟਰ ਬਣਨਾ, ਸਾਨੂੰ ਇਹ ਸੀਗਾ ਵੀ ਅਸੀਂ ਆਰਟਿਸਟ ਬਣਨਾ ਜੀ। ਤੇ ਅਸੀਂ ਫਿਰ ਮੁੜ ਆਪਣਾ ਥੀਏਟਰ ਵੱਲ ਜ਼ਿਆਦਾ ਧਿਆਨ ਦਿੱਤਾ। ਤੇ ਫਿਰ ਮੁੜ ਕੇ ਥੀਏਟਰ ਕਰਨਾ ਸ਼ੁਰੂ ਕਰਤਾ। ਥੀਏਟਰ ਕਰਦੇ ਕਰਦੇ ਫਿਰ ਮਤਲਬ ਤੁਹਾਨੂੰ ਪਤਾ ਕੋਈ ਨਾ ਕੋਈ ਸਬੱਬ ਬਣਦਾ ਰਿਹਾ ਜੀ। ਤੇ ਫਿਰ ਥੀਏਟਰ ਵੀ ਕੀਤਾ, ਫਿਲਮਾਂ ਵੀ ਕਰਦੇ ਰਹੇ ਉੱਥੇ। ਫਿਰ ਇੱਕ ਲੱਗ ਜਾਂਦਾ ਵੀ ਯਾਰ ਫਿਲਮਾਂ ਵੀ ਕਰਦੇ ਨੇ ਇਹ। ਉਹਨਾਂ ਜ਼ਮਾਨਿਆਂ ਦੇ ਵਿੱਚ ਫਿਰ ਕਾਫੀ ਫਿਲਮਾਂ ਵੀ ਕੀਤੀਆਂ। ਡਾਕਟਰ ਸਾਹਿਬ, 2 ਦਹਾਕੇ ਪਹਿਲਾਂ ਤੁਸੀਂ ਅਮਰੀਕਾ ਦੇ ਵਿੱਚ ਆਏ ਹੋ, ਉਦੋਂ ਇੱਥੇ ਨਾਟਕ ਜਾਂ ਇਸ ਤਰ੍ਹਾਂ ਦੀ ਥੀਏਟਰ ਵਰਗੀ ਕੋਈ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ। ਤੁਸੀਂ ਜਦੋਂ ਆਏ ਹੋ ਤੇ ਆ ਕੇ ਤੁਸੀਂ ਕੋਸ਼ਿਸ਼ ਕੀਤੀ, ਐਕਟਰ ਪੈਦਾ ਕੀਤੇ, ਫਿਰ ਤੁਸੀਂ ਸਾਰੀ ਆਪਣੀ ਪ੍ਰੋਡਕਸ਼ਨ ਤਿਆਰ ਕੀਤੀ, ਤੇ ਤੁਸੀਂ ਇੱਥੇ ਫਿਰ ਆ ਕੇ ਉਹ ਨਾਟਕ ਦਾ ਐਕਚੁਅਲੀ ਬੂਟਾ ਲਾਇਆ। ਤੇ ਕਿਸ ਤਰ੍ਹਾਂ ਇਹ ਸੰਭਵ ਹੋ ਸਕਿਆ ਸਾਰਾ? ਕੀ ਖਿਆਲਾਤ ਸੀ ਮਨ ਦੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤਾ? ਸ਼ਾਹ ਸਾਹਿਬ, ਤੁਹਾਨੂੰ ਪਹਿਲਾਂ ਉਹ ਤਾਂ ਪਤਾ ਹੀ ਹੈ ਕਿ ਜਦੋਂ ਬੰਦਾ ਸ਼ੁਰੂ 'ਚ ਅਬਰੋਡ ਦੇ ਵਿੱਚ ਆਉਂਦਾ ਹੈ ਤੇ ਸਾਲ ਖੰਡ ਦਾ ਬੰਦੇ ਦਾ ਐਵੇਂ ਜਾਣਨ ਵਾਸਤੇ ਵੀ ਕੀ ਸਿਸਟਮ ਹੈ, ਕਿੱਦਾਂ ਸੁਰਤ ਜੀ ਆਉਣ ਲੱਗ ਜਾਂਦਾ ਹੈ ਜੀ। ਬਿਲਕੁਲ, ਸਾਲ ਤੋਂ ਜ਼ਿਆਦਾ ਲੱਗ ਜਾਂਦਾ। ਹਾਂ, ਚਲੋ ਜਦੋਂ ਵੀ ਮੈਨੂੰ ਸੁਰਤ ਆਈ, ਮੇਰੇ ਦਿਮਾਗ ਦੇ ਵਿੱਚ ਜਿਹੜਾ ਜਾਂ ਮੇਰੇ ਅੰਦਰ ਇੱਕ ਚਿੰਗ ਸੀ ਐਕਟਿੰਗ ਦੀ, ਡਾਇਰੈਕਸ਼ਨ ਦੀ ਜਾਂ ਥੀਏਟਰ ਦੀ, ਉਹ ਮੇਰਾ ਸ਼ੌਕ ਹੈ, ਮੇਰਾ ਪੈਸ਼ਨ ਹੈ। ਤੇ ਉਹ ਜਾਂਦੀ ਤਾਂ ਹੁੰਦੀ ਨਹੀਂ। ਤੇ ਜਦੋਂ ਮੈਨੂੰ ਸੁਰਤ ਆਈ ਤੇ ਫਿਰ ਮੈਂ ਹੀ ਆਪਣਾ ਭਾਲਣ ਲੱਗ ਗਿਆ ਵੀ ਮੈਂ ਆਰਟਿਸਟਾਂ ਨੂੰ ਲੱਭਾਂ, ਉਹਨਾਂ ਨੂੰ ਦੱਸਾਂ ਬਈ ਨਾਟਕ ਕਰੀਏ। ਤੇ ਉਦੋਂ ਮੈਂ ਕਾਫੀ ਘੁੰਮਦਾ ਫਿਰਦਾ ਰਿਹਾ। ਉਦੋਂ ਇੰਨਾ ਤਾਂ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਕੋਈ ਛੋਟੇ ਮੋਟੇ ਜਿਹੜੇ ਸਕਿਟਸ ਵਗੈਰਾ, ਕੁਛ ਏਦਾਂ ਦੀਆਂ, ਕੁਛ ਹਾਸੋ-ਹੀਣੀਆਂ ਗੱਲਾਂ ਜਾਂ ਏਦਾਂ ਦੇ ਕੁਛ ਇੱਥੇ ਚੱਲਦਾ ਹੈ ਅਬਰੋਡ ਦੇ ਵਿੱਚ। ਲੇਕਿਨ ਫਿਰ ਮੈਂ ਸੋਚਿਆ ਵੀ ਚਲੋ ਕੰਪਲੀਟ ਨਾਟਕ ਤਿਆਰ ਕੀਤਾ ਜਾਵੇ ਤੇ ਜਿਹੜਾ ਕਿ ਦੱਸਿਆ ਜਾਵੇ ਵੀ ਯਾਰ ਵੀ ਥੀਏਟਰ ਵੀ ਕਾਫੀ ਪ੍ਰਫੁੱਲਤ ਹੈ। ਕੋਈ ਜਿਹੜੇ ਬੰਦੇ ਪੁਰਾਣੇ 40-50 ਸਾਲ ਪੁਰਾਣੇ ਇੱਥੇ ਆਏ ਹੋਏ ਨੇ ਅਬਰੋਡ ਦੇ ਵਿੱਚ, ਉਹਨਾਂ ਨੇ ਸੁਣਿਆ ਤਾਂ ਹੈ ਵੀ ਨਾਟਕ ਨੂੰ ਕੋਈ ਚੀਜ਼ ਹੁੰਦੀ ਹੈ, ਪਰ ਉਹਨਾਂ ਨੇ ਦੇਖਿਆ ਕਦੇ ਨਹੀਂ। ਜਾਂ ਗੁਰਸ਼ਨ ਭਾਜੀ ਉਹਨਾਂ ਦੇ ਨਾਟਕ ਦੇਖੇ ਨੇ ਜਿਹੜੇ ਕਿ ਉਹ ਕਰਦੇ ਹੁੰਦੇ ਸੀ, ਜਿਹੜੇ ਨੁੱਕੜ ਨਾਟਕ ਨਾਂ ਦੇ ਨਾਲ ਜਾਣੇ ਜਾਂਦੇ ਸੀ। ਸਟੇਜ ਤੋਂ, ਸੈੱਟ ਤੋਂ ਬਿਨਾਂ ਹੀ ਕਹਿੰਦੇ ਵੀ ਪਿੰਡ ਦੀ ਸੱਥ ਵਿੱਚ ਜਾਂ ਗੱਡੇ ਜੋੜ ਕੇ ਉਹਨਾਂ ਤੇ ਕਰ ਦਿੱਤਾ ਜਾਂਦਾ ਸੀ। ਹਾਂਜੀ, ਹਾਂ, ਉਹ ਬੜੇ ਕਮਾਲ ਦੇ ਨਾਟਕ ਕਰਦੇ ਹੁੰਦੇ ਸੀ। ਉਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਥੋੜੀ ਜੀ। ਤੇ ਉਹ ਸੈੱਟ ਉਦੋਂ ਹੁੰਦਾ ਵੀ ਨਹੀਂ ਸੀ। ਉਦੋਂ ਕੋਈ ਜਿਹੜੀ ਇਹ ਸੈੱਟ ਦੀ ਜਿਹੜੀ ਮਾਡਰਨ ਟੈਕਨੀਕ ਆਈ ਹੈ, ਦਰਅਸਲ ਇਹ ਆਈ ਹੈ ਨੈਸ਼ਨਲ ਸਕੂਲ ਆਫ ਡਰਾਮਾ ਤੋਂ। ਉਹਨਾਂ ਦੇ ਉਸਤਾਦ ਹੈਡ ਹੁੰਦੇ ਸੀ ਉਦੋਂ ਇਬਰਾਹਿਮ ਅਲਕਾਜ਼ੀ ਜੀ। ਉਹ ਲੰਡਨ ਐਕਸਪੋਰਟ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਅਕੈਡਮੀ ਦੇ, ਰਾਇਲ ਅਕੈਡਮੀ ਆਫ ਲੰਡਨ ਦੇ ਉਹ ਪੜ੍ਹੇ ਹੋਏ ਸੀਗੇ। ਇਹ ਉਹਨਾਂ ਨੇ ਜਿਹੜਾ ਸੈੱਟ ਦਾ ਆਪਣਾ ਕਾਸਟਿਊਮ ਦਾ, ਮਿਊਜ਼ਿਕ ਦਾ ਤੇ ਸਾਰਾ ਜਿਹੜਾ ਸਿਸਟਮ ਹੈ, ਜਿਹੜਾ ਮਾਡਰਨ ਸਟੇਜ ਤੇ ਉਹਨੂੰ ਅਵੇਲੇਬਲ ਕਰਕੇ ਉਹਨੂੰ ਦੱਸਿਆ, ਉਹਨੂੰ ਕ੍ਰੀਏਟ ਕਰਕੇ ਦੱਸਿਆ ਵੀ ਇਦਾਂ ਦਾ ਵੀ ਕੀ ਨਾਟਕ ਖੇਡਿਆ ਜਾ ਸਕਦਾ। ਫਿਰ ਜੀ ਮੈਂ ਆਪਣੀ ਗੱਲ ਚੱਲਦੀ ਸੀ ਇੱਥੇ USA ਦੇ ਵਿੱਚ, ਤੇ ਜੀ ਅਸੀਂ ਇੱਕ ਛੋਟਾ ਜਿਹਾ ਮੈਂ ਆਪਣੀ ਟੋਲੀ ਤਿਆਰ ਕਰ ਲਈ, 5-7 ਬੰਦਿਆਂ ਦੀ। ਅਸੀਂ ਇੱਕ ਛੋਟਾ ਜਿਹਾ 1 ਘੰਟੇ ਦਾ ਨਾਟਕ ਤਿਆਰ ਕਰ ਲਿਆ। ਤੇ ਉਦੋਂ ਮੇਲੇ ਲੱਗਦੇ ਹੁੰਦੇ ਸੀ। ਮੇਲੇ ਖੈਰ ਹੁਣ ਵੀ ਬਹੁਤ ਜ਼ਿਆਦਾ ਲੱਗਦੇ ਨੇ। ਅਸੀਂ ਮੇਲਿਆਂ ਦੇ ਵਿੱਚ ਜਾ ਕੇ ਪ੍ਰਬੰਧਕਾਂ ਨੂੰ ਕਹਿਣਾ ਵੀ ਭਾਜੀ ਅਸੀਂ ਇੱਕ ਨਾਟਕ ਤਿਆਰ ਕੀਤਾ ਹੈ ਕਿ ਅਸੀਂ ਖੇਡਣਾ।
ਤੇ ਤੁਸੀਂ ਯਕੀਨ ਨਹੀਂ ਕਰਨਾ ਵੀ ਸਾਨੂੰ ਵਾਰੀ ਨਹੀਂ ਆਉਂਦੀ ਸੀ, ਸਾਨੂੰ ਵੀ ਪੂਰੇ ਮਾਰਦੇ ਜਦੋਂ ਕਹਿੰਦੇ ਨਾ ਵੀ ਅਸੀਂ ਨਾਟਕ ਖੇਡਣਾ, ਨਾਟਕ ਖੇਡਣਾ, ਕਹਿੰਦਾ ਨਾਟਕ ਤਾਂ ਗੁਰਸ਼ਨ ਭਾਜੀ ਖੇਡਦੇ ਹੁੰਦੇ ਸੀ, ਤੁਸੀਂ ਕੀ ਨਾਟਕ ਖੇਡਣਾ। ਅਸੀਂ ਕਹਿਣਾ ਜੀ ਬੜੀ ਨਿਰਾਸ਼ ਵੀ ਹੋਣੀ ਵੀ ਯਾਰ ਇੰਨੀ ਟ੍ਰੇਨਿੰਗ ਵੀ ਲਈ ਹੈ, ਸਿੱਖੇ ਆ ਸਭ ਕੁਝ ਹੈ ਨਾ, ਕਿਉਂਕਿ ਮੈਂ ਉਹੀ ਟ੍ਰੇਨਿੰਗ ਜਿਹੜੀ ਮੈਂ ਆਪਣੇ ਸਾਥਾਂ ਤੋਂ ਲਈ ਹੈ, ਨੈਚੁਰਲਿਜ਼ਮ ਦਾ ਕੀ ਹੁੰਦਾ, ਨੈਚੁਰਲ ਐਕਟਰ ਕੀ ਹੁੰਦਾ, ਨੈਚੁਰਲ ਐਕਟਿੰਗ ਕੀ ਹੈ, ਮਾਡਰਨ ਥੀਏਟਰ ਕੀ ਹੈ, ਉਹੀ ਟ੍ਰੇਨਿੰਗ ਦੇ ਨਾਲ ਮੈਂ ਇੱਥੇ ਬੰਦੇ ਤਿਆਰ ਕੀਤੇ। ਤੇ ਸੋ ਉਹ ਕਾਫੀ ਤਸ਼ੱਦਦ ਦਾ ਟਾਈਮ ਸੀ ਸਾਡੇ ਨਾਲ, ਸਮਝ ਲਓ ਆਪਾਂ ਸਮਝਦੇ ਸੀਗੇ ਸੰਘਰਸ਼ ਦਾ ਸਮਾਂ ਸੀਗਾ ਸਾਡੇ ਤੇ। ਪਰ ਅਸੀਂ ਜਦੋਂ ਨਾਟਕ, ਜਦੋਂ ਸਾਡੀ ਵਾਰੀ ਆਉਣੀ ਜਾਂ ਜਦੋਂ ਸਾਡੀ ਟਾਈਮ ਨਾਲ ਲੇਟ ਆਉਣੀ, ਜਦੋਂ ਸਾਡੀ ਵਾਰੀ ਆਉਣੀ, ਜਦੋਂ ਕਰਕੇ ਦਿਖਾਉਣਾ, ਜਾਣੀ ਫਿਰ ਉਹਨਾਂ ਨੇ ਬਣਨਾ। ਜਾਣੀ ਕਿ ਹੌਲੀ ਹੌਲੀ ਕਰਦੇ ਕਰਦੇ ਜੀ ਮੈਨੂੰ ਤਕਰੀਬਨ 15 ਸਾਲ ਹੋ ਗਏ ਇੱਥੇ ਨਾਟਕ ਕਰਦੇ ਆ। ਤੇ ਹੁਣ ਮੈਂ ਇਸ ਵੇਲੇ ਰੱਬ ਦੀ ਕਿਰਪਾ ਨਾਲ ਸਥਾਪਤ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਹੁਣ ਲੋਕ ਦਿਲ ਸੁਣਦੇ ਵੀ ਨੇ, ਤੇ ਬੜੀ ਕਿਰਪਾ ਵਾਲੇ ਦੀ। ਇਸੇ ਕਰਕੇ ਸ਼ਾਇਦ ਅੱਜ ਤੁਹਾਡੇ ਪੰਜਾਬ 1 TV ਦੇ ਰੂਬਰੂ ਬੈਠੇ ਆ, ਉਹਦੇ ਕੋਸ਼ਿਸ਼ਾਂ ਕਰਕੇ। ਟੰਗ ਸਾਹਿਬ, ਕਿੰਨੇ ਕੁ ਨਾਟਕ ਤੁਸੀਂ ਅਮਰੀਕਾ ਦੀ ਧਰਤੀ ਤੇ ਖੇਡ ਚੁੱਕੇ ਹੋ ਹੁਣ ਤੱਕ? ਸ਼ਾਹ ਸਾਹਿਬ, ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਬਈ ਨਾਟਕ ਤਾਂ ਬਹੁਤ ਖੇਡੇ ਆ ਪਿਛਲੇ 15 ਸਾਲ ਤੋਂ, ਪਰ ਸਾਡੇ 2 ਨਾਟਕ ਬਹੁਤ ਹੀ ਜ਼ਿਆਦਾ ਕਾਮਯਾਬ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਅਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ ਨਾਟਕ ਨਿਉ ਜੜ, ਜਿਹਨੂੰ ਅਸੀਂ ਇੱਥੇ ਧੀਆਂ ਮਰ ਜਾਣੀਆਂ ਦੇ ਨਾਂ ਤੇ ਕਈ ਸਾਲਾਂ ਤੋਂ ਖੇਡਿਆ, ਉਹ ਕੈਨੇਡਾ ਵੀ ਖੇਡਿਆ, ਲੈ ਕੇ ਗਏ ਸੀ ਉਹਨੂੰ। ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਨਾਟਕ ਖੇਡਿਆ ਕੁਲਦੀਪ ਸਿੰਘ ਦੀਪ ਦਾ ਨਾਟਕ ਹੈ ਖੁਦਕਸ਼ੀ ਦੇ ਮੋੜ ਤੇ। ਖੁਦਕਸ਼ੀ ਦੇ ਮੋੜ ਤੇ, ਕਿਸਾਨ ਖੁਦਕਸ਼ੀ ਦੇ ਮੋੜ ਤੇ ਨਾਟਕ, ਉਹ ਵੀ ਬੜਾ ਸਕਸੈਸਫੁਲ ਰਿਹਾ ਸਾਡਾ। ਤੇ ਇਹ 2 ਨਾਟਕਾਂ ਨੇ ਸਾਨੂੰ ਇੱਕ ਮਤਲਬ ਕਿਸੇ ਹੋਰ ਮਕਾਮ ਤੇ ਪਹੁੰਚਾਤਾ, ਜਿਹੜਾ ਕਿ ਸਾਡਾ ਤੁਹਾਡੇ ਕਾਫੀ ਸਾਰੇ ਸ਼ੋਅ ਜਿਹੜੇ ਆ ਉਹਨਾਂ ਨਾਟਕਾਂ ਦੇ ਬਹੁਤ ਜ਼ਿਆਦਾ ਤੁਹਾਡੇ ਸ਼ੋਅ ਕੈਲੀਫੋਰਨੀਆ 'ਚ ਮਕਬੂਲ ਹੋਏ, ਸਾਰਿਆਂ ਨੇ ਤਕਰੀਬਨ ਦੇਖੇ ਆ, ਔਰ ਉਹ ਇੱਕ ਪਹਿਚਾਣ ਬਣ ਗਈ ਤੁਹਾਡੀ। ਹਾਂਜੀ ਬਿਲਕੁਲ। ਅਸੀਂ ਜਦੋਂ ਵੀ ਕਿਤੇ ਜਾਂਦੇ ਆ ਜਾਂ ਕੋਈ ਸਾਡੀ ਮਿਲਦਾ ਤਾਂ ਸਾਨੂੰ ਇਸ ਗੱਲ ਦਾ ਜ਼ਰੂਰ ਉਹ ਜ਼ਿਕਰ ਹੁੰਦਾ ਵੀ ਤੁਹਾਡੇ ਭਾਜੀ 2 ਨਾਟਕ ਦੇਖੇ ਸੀ, ਬੜੇ ਕਾਮਯਾਬ ਰਹੇ ਨੇ ਉਹ। ਤੇ ਇਹਨਾਂ ਦਾ ਨਾਟਕ ਤੁਸੀਂ ਧੀਆਂ ਮਰ ਜਾਣੀਆਂ ਦਾ ਜ਼ਿਕਰ ਕੀਤਾ ਜੀ, ਬੜੇ ਕਾਮਯਾਬ ਸ਼ੋਅ ਹੋਏ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਪਰ ਤੁਸੀਂ ਉਸ ਨਾਟਕ ਦੇ ਉੱਤੇ ਫਿਰ ਫਿਲਮ ਵੀ ਬਣਾਈ ਹੈ, ਜਿਵੇਂ ਤੁਸੀਂ ਡਾਇਰੈਕਟ ਕੀਤੀ ਹੈ ਮਿਸਟਰ ਵਾਲੀਆ ਸਾਹਿਬ ਦੀ ਪ੍ਰੋਡਕਸ਼ਨ ਦੇ ਵਿੱਚ। ਉਸ ਫਿਲਮ ਨੂੰ ਬਹੁਤ ਸਾਰੇ ਇੰਟਰਨੈਸ਼ਨਲ ਅਵਾਰਡ ਮਿਲੇ ਆ ਜੀ, ਤੇ ਤੁਹਾਡੀ ਇਹ ਪਹਿਲੀ ਡਾਇਰੈਕਸ਼ਨ ਸੀ ਫਿਲਮਾਂ ਦੇ ਵਿੱਚ ਜੀ, ਤੇ ਐਡਾ ਵੱਡਾ ਹੁੰਗਾਰਾ ਕਿਵੇਂ ਸੰਭਵ ਹੋ ਸਕਿਆ? ਤੁਸੀਂ ਕੀ ਅਜਿਹਾ ਉਹਦੇ ਵਿੱਚ ਫਿਲਮ ਦੇ ਵਿੱਚ ਪਾਇਆ ਕਿ ਉਸ ਨੂੰ 10 ਤੋਂ ਜ਼ਿਆਦਾ ਇੰਟਰਨੈਸ਼ਨਲ ਅਵਾਰਡ ਮਿਲੇ? ਸ਼ਾਹ ਸਾਹਿਬ, ਗੱਲ ਦਰਅਸਲ ਇਹ ਹੈ, ਮਿਸਟਰ ਰੇ ਵਾਲੀਆ ਐਂਡ ਉਹਨਾਂ ਦੀ ਪਤਨੀ ਕੇ ਵਾਲੀਆ ਮੇਰੇ ਕੋਲ ਐਜ ਏ ਸਟੂਡੈਂਟ ਦੇ ਤੌਰ ਤੇ ਕੰਮ ਕਰਦੇ ਸੀਗੇ, ਕਾਫੀ ਨਾਟਕਾਂ ਉਹਨਾਂ ਨੇ ਕੰਮ ਕੀਤਾ ਮੇਰੇ ਨਾਲ। ਇਹ ਜਿਹੜੀ ਡਾਕਟਰ ਅਜਮੇਰ ਸਿੰਘ ਔਲਖ ਉਹਨਾਂ ਦਾ ਮਰਹੂਮ ਨੇ ਵਿਚਾਰੇ, ਪਰਮਾਤਮਾ ਉਹਨਾਂ ਦੀ ਵੀ ਆਤਮਾ ਨੂੰ ਸ਼ਾਂਤੀ ਦੇਵੇ, ਤੇ ਉਹ ਨਾ ਬੜਾ ਕਾਮਯਾਬ ਹੋਇਆ। ਉਹਦੇ ਤੇ ਇੱਕ ਫੀਮੇਲ ਫੀਟੀਸਾਈਡ ਦੇ ਉੱਤੇ ਉਹਦਾ ਟੌਪਿਕ ਸੀਗਾ, ਤੇ ਉਹ ਤੋਂ ਕਾਫੀ ਮੁਤਾਸਰ ਸੀਗੇ ਲੋਕ, ਤੇ ਉਹਦੇ ਤੋਂ ਹੀ ਮੁਤਾਸਰ ਹੋਏ ਮਿਸਟਰ ਰੇ ਵਾਲੀਆ, ਕੇ ਵਾਲੀਆ। ਉਹ ਕਹਿੰਦੇ ਯਾਰ ਇਹ ਆਪਣਾ ਨਾਟਕ ਇੰਨਾ ਕਾਮਯਾਬ ਆ ਵੀ ਅਗਰ ਆਪਾਂ ਇਹਦੇ ਤੇ ਫਿਲਮ ਬਣਾਈ ਜਾਵੇ, ਤੇ ਇੱਕ ਗੁੱਡ ਕਾਜ਼ ਦੇ ਉੱਤੇ ਫਿਲਮ ਹੈ ਵੀ ਇਹਦੇ ਤੇ ਫਿਲਮ ਬਣਾਉਣਾ, ਲੈਟ ਅਸ ਮੇਕ ਅ ਫਿਲਮ। ਅਸੀਂ ਫਿਰ ਫਿਲਮ ਬਣਾਉਣ ਦੇ ਦੌਰ 'ਚ ਨਿਕਲ ਗਏ, ਤੇ ਅਸੀਂ ਇੱਧਰ ਹੰਟਿੰਗ ਕੀਤੀ, ਕਾਸਟਿੰਗ ਦੀ ਪੋਸਟਿੰਗ ਦਾ, ਇੱਧਰ ਚਾਰੇ ਪਾਸੇ ਜੋ ਵੀ ਫਿਲਮ ਬਣਾਉਣ ਦਾ ਸਿਲਸਿਲਾ ਹੁੰਦਾ ਜਾਰੀ ਰੱਖਿਆ। ਫਿਰ ਅਸੀਂ ਲਾਇਆ ਹਿਸਾਬ ਦਾ ਵੀ ਇਹ ਤੇ ਫਿਲਮ ਬਣਾਈਏ, ਪਰ ਬਣਾਈਏ ਵੀ ਹਾਲੀਵੁੱਡ ਦੇ ਵਿੱਚ। ਵੀ ਕਮਾਲ ਦੀ ਗੱਲ ਇਹ ਹੈ ਵੀ ਉਹ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਹਾਲੀਵੁੱਡ ਕ੍ਰਿਊ ਦੇ ਨਾਲ ਆਪਣੇ ਯੂਬਾ ਸਿਟੀ ਦੇ ਵਿੱਚ ਅਸੀਂ ਸ਼ੂਟ ਕੀਤੀ। ਫਿਲਮ ਦਾ ਜਿਹੜਾ ਮੋਰਲ ਹੈ ਉਹ ਇੰਨਾ ਕਮਾਲ ਦਾ ਹੈ ਕਿ ਉਹਨੂੰ ਜਦੋਂ ਵੀ ਅਸੀਂ ਕਿਸੇ ਫੈਸਟੀਵਲ ਦੇ ਵਿੱਚ ਲੈ ਕੇ ਜਾਂਦੇ ਹਾਂ, ਉਹ ਤਕਰੀਬਨ ਜਾਂ ਲੈਂਗੁਏਜ ਨੰਬਰ 1 ਫਿਲਮ ਨਿਕਲਦੀ ਹੈ ਜਾਂ ਲੈਂਗੁਏਜ ਦੇ ਵਿੱਚੋਂ ਨੰਬਰ 1 ਫਿਲਮ ਆਉਂਦੀ ਹੈ। ਉਹ ਫਿਲਮ ਨੇ ਤਕਰੀਬਨ 11 ਇੰਟਰਨੈਸ਼ਨਲ ਅਵਾਰਡ ਉਹਨੇ ਵਿਨ ਕੀਤੇ ਜੀ। ਬੜਾ ਵੱਡਾ ਉੱਚਾ ਕੱਦ ਸਾਡਾ ਬਣਾਇਆ ਉਹਨੇ ਫਿਲਮ ਨੇ, ਤੇ ਮੇਰੇ ਖਿਆਲ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹਨੂੰ ਵੀ ਆਰ ਗੋਇੰਗ ਟੂ ਰਿਲੀਜ਼ ਇਟ ਸਿਨੇਮੇ ਘਰਾਂ ਦੇ ਵਿੱਚ ਵੀ ਜੀ। ਬਹੁਤ ਵੱਡੀ ਅਚੀਵਮੈਂਟ ਹੈ ਜੀ, ਇੱਕ ਪੰਜਾਬੀ ਫਿਲਮ ਇੰਨੇ ਸਾਰੇ ਇੰਟਰਨੈਸ਼ਨਲ ਅਵਾਰਡ ਜਿੱਤੀ ਆ ਜੀ। ਤੇ ਦੂਸਰਾ ਕਿ ਜਿਹੜੇ ਕਲਾਕਾਰ ਤੁਸੀਂ ਉਸ ਫਿਲਮ ਦੇ ਵਿੱਚ ਲਏ ਆ, ਜਾਂ ਤੁਸੀਂ ਆਪਣੇ ਥੀਏਟਰ ਦੇ ਲਈ ਵੀ, ਰੰਗਮੰਚ ਲਈ ਵੀ ਜਿਹੜੇ ਤੁਸੀਂ ਕਲਾਕਾਰ ਲੈਂਦੇ ਹੋ, ਤੁਹਾਨੂੰ ਕਲਾਕਾਰ ਲੱਭਣੇ ਪੈਂਦੇ ਆ, ਜਾਂ ਤੁਸੀਂ ਕਲਾਕਾਰ ਤੁਹਾਡੇ ਕੋਲ ਪਹੁੰਚ ਕਰਦੇ ਆ, ਜਾਂ ਤੁਸੀਂ ਕਲਾਕਾਰਾਂ ਨੂੰ ਲੱਭ ਲੈਂਦੇ ਹੋ, ਜਾਂ ਕੁਛ ਕੋਲੋਂ ਵੀ ਤਿਆਰ ਕਰਦੇ ਹੋ? ਸ਼ਾਹ ਸਾਹਿਬ, ਗੱਲ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਸ ਤਰ੍ਹਾਂ ਕਿ ਪਿਛਲੇ
ਤਕਰੀਬਨ 15-16 ਸਾਲ ਹੋ ਗਏ ਮੈਨੂੰ ਥੀਏਟਰ ਕਰਦੇ ਨੂੰ ਇੱਥੇ। ਤੇ ਹੁਣ ਤਾਂ ਇਹ ਪੋਜੀਸ਼ਨ ਆ ਵੀ ਕਲਾਕਾਰਾਂ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ, ਕਲਾਕਾਰ ਆਪਣੇ ਆਪ ਹੀ ਆ ਜਾਂਦੇ ਨੇ ਜੀ। ਤੇ ਤੁਸੀਂ ਵੀ ਕਾਫੀ ਨਾਟਕਾਂ 'ਚ ਜੀ ਜੀ ਮੈਂ ਵੀ ਤੁਹਾਡਾ ਵਿਦਿਆਰਥੀ ਰਿਹਾ ਜੀ। ਕੰਮ ਕੀਤਾ ਤੁਸੀਂ, ਬਾਕਮਾਲ ਦਾ ਤੁਸੀਂ ਧੀਆਂ ਮਰ ਜਾਣੀਆਂ ਦੇ ਵਿੱਚ ਵੀ ਮੇਨ ਰੋਲ ਹੁੰਦਾ ਸੀ ਤੁਹਾਡਾ, ਮੈਨੂੰ ਯਾਦ ਆ। ਤੇ ਕਿਸਾਨ ਖੁਦਕਸ਼ੀ ਦੇ ਮੋੜ ਤੇ ਵੀ ਕਿਸਾਨ ਦਾ ਤੁਸੀਂ ਮੇਨ ਰੋਲ ਕੀਤਾ ਤੇ ਤੁਸੀਂ ਬਾਕਮਾਲ ਦੀ ਐਕਟਿੰਗ ਕੀਤੀ ਹੈ। ਸੋ ਕਹਿਣ ਦਾ ਮਤਲਬ ਵੀ ਜਿਸ ਤਰ੍ਹਾਂ ਤੁਸੀਂ ਮੇਰੇ ਕੋਲ ਆ ਗਏ ਜਾਂ ਮੈਂ ਜਿਵੇਂ ਤੁਹਾਨੂੰ ਲੱਭ ਲਿਆ, ਯਾਨੀ ਏਦਾਂ ਹੀ ਲੁਕਣ ਵਿੱਚ ਹੀ ਖੇਡਦੇ ਹੋਏ ਸਾਡੇ ਕੋਲ ਜਿਹੜੇ ਆਰਟਿਸਟ ਨੇ, ਸਾਡੇ ਕੋਲ ਤਕਰੀਬਨ ਰੈਗੂਲਰ ਆਰਟਿਸਟ ਨੇ। ਔਰ ਬੜੀ ਖੁਸ਼ਕਿਸਮਤੀ ਹੈ ਕਿ ਤੁਹਾਡੇ ਵਰਗੇ ਬੜੇ ਹੀ ਕਾਬਲ ਦੋਸਤ ਐਕਟਰ ਸਾਡੇ ਕੋਲ ਨੇ ਤੇ ਅਸੀਂ ਕਾਮਯਾਬੀ ਦਾ ਕਹਿੰਦੇ ਹੁੰਦੇ ਆ ਵੀ ਮੱਤਾ ਚੁੰਮ ਰਹੇ ਹਾਂ। ਇਸ ਫਿਲਮ ਤੋਂ ਬਾਅਦ ਕੋਈ ਹੋਰ ਨਵੀਂ ਫਿਲਮ ਪ੍ਰੋਜੈਕਟ ਕਰ ਰਹੇ ਹੋ ਜਾਂ ਫਿਰ ਤੁਹਾਡੀਆਂ ਫਿਲਮਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਫਿਲਮ 'ਚ ਤੁਸੀਂ ਆ ਰਹੇ ਹੋ? ਇਸ ਫਿਲਮ ਡਾਇਰੈਕਸ਼ਨ ਤੋਂ ਬਾਅਦ ਕੋਈ ਹੋਰ ਨਵੀਂ ਪ੍ਰੋਡਕਸ਼ਨ ਵਗੈਰਾ ਕੋਈ ਕੋਸ਼ਿਸ਼ ਚੱਲ ਰਹੀ ਹੈ? ਮੈਂ ਜੀ 2019 ਦੇ ਵਿੱਚ 5 ਫਿਲਮਾਂ ਐਜ਼ ਐਨ ਐਕਟਰ ਮੈਂ ਪੰਜਾਬ ਦੇ ਵਿੱਚ ਕਰਕੇ ਆਏ ਹਾਂ ਜੀ, ਜਿਨ੍ਹਾਂ ਦੇ ਵਿੱਚੋਂ ਬੜੀ ਜਲਦੀ ਮੇਰੀ ਫਿਲਮ ਜ਼ੋਰਾ ਪਾਰਟ 2 ਰਿਲੀਜ਼ ਹੋ ਰਹੀ ਹੈ। ਉਸ ਤੋਂ ਬਾਅਦ ਨਾਲ ਹੀ ਤਿਆਰ ਹੈ ਇੱਕੋ ਮਿੱਕੀ, ਸਿੰਦਰ ਸਰਤਾਜ ਦੇ ਹੀਰੋ ਨੇ ਉਹ 'ਚ, ਪੰਕਜ ਵਰਮਾ ਨੇ। ਤੇ ਉਸ ਤੋਂ ਬਾਅਦ ਮੇਰੀ ਫਿਲਮ ਆ ਰਹੀ ਹੈ ਜੀ ਗੁਰਬਖਸ਼, ਪਾਲੀ ਭੁਪਿੰਦਰ ਉਹਨਾਂ ਦੇ ਐਕਟਰ ਪ੍ਰੋਡਿਊਸਰ ਡਾਇਰੈਕਟਰ ਨੇ, ਰਾਈਟਰ ਉਹ ਨੇ। ਤੇ ਉਸ ਤੋਂ ਬਾਅਦ ਫਿਰ ਮੇਰੀ ਇੱਕ ਫਿਲਮ ਆ ਰਹੀ ਜੀ ਜਮਰਾਵਤ, ਨਵਤੇਜ ਸੰਧੂ ਦੀ ਜਮਰਾਵਤ ਫਿਲਮ, ਬਰਿਆਮ ਸਿੰਘ ਸੰਧੂ ਉਹਨਾਂ ਦੀ ਕਹਾਣੀ ਹੈ। ਤੇ ਉਸ ਤੋਂ ਬਾਅਦ ਇੱਕ ਪ੍ਰੀਤੀ ਸਬਰੂ ਦੀ ਫਿਲਮ ਆ ਰਹੀ ਹੈ ਜੀ ਬੜੀ ਜਲਦੀ, ਤੇਰੀ ਮੇਰੀ ਗੱਲ ਬਣ ਗਈ। ਸੋ 5 ਪ੍ਰੋਜੈਕਟ ਮੈਂ ਮਤਲਬ ਫਿਲਮਾਂ ਦੇ ਕਰਕੇ ਆਇਆ ਤੇ ਉਹ ਦੇ ਆਰ ਗੋਇੰਗ ਟੂ ਰਿਲੀਜ਼ ਮਾਰਚ, ਅਪ੍ਰੈਲ, ਮਈ ਤੱਕ 3 ਮਹੀਨੇ ਦੇ ਵਿੱਚ ਉਹ ਰਿਲੀਜ਼ ਹੋ ਜਾਣੀਆਂ ਨੇ। ਤੁਹਾਡੇ ਸਟੂਡੈਂਟਸ ਦੀ ਵੈਸੇ ਤੁਹਾਡੇ ਪ੍ਰਸ਼ੰਸਕਾਂ ਦੀ ਵੀ ਸ਼ੁਰੂ ਤੋਂ ਇਹ ਮੰਗ ਰਹੀ ਹੈ ਕਿ ਤੁਸੀਂ ਥੀਏਟਰ ਨੂੰ ਜ਼ਿਆਦਾ ਸਮਾਂ ਦਿੰਦੇ ਹੋ, ਜਦ ਕਿ ਅੱਜ ਸਿਨੇਮਾ ਦਾ ਯੁੱਗ ਹੈ ਤੇ ਤੁਸੀਂ ਸਿਨੇਮਾ ਨੂੰ ਇੰਨਾ ਸਮਾਂ ਨਹੀਂ ਦਿੰਦੇ। ਹੁਣ ਮੈਨੂੰ ਪਤਾ ਕਿ ਤੁਸੀਂ ਆਪਣੇ ਪ੍ਰਸ਼ੰਸਕਾਂ ਦੇ, ਸਟੂਡੈਂਟਸ ਦੇ ਜ਼ੋਰ ਪਾਉਣ ਤੇ ਤੁਹਾਡੇ ਕਾਫੀ ਸਾਰੇ ਫਰੈਂਡ ਦੋਸਤ ਜਿਹੜੇ ਤੁਹਾਡੇ ਚਾਹਵਾਨ ਹੈ ਫਿਲਮ ਇੰਡਸਟਰੀ 'ਚ ਪੰਜਾਬ 'ਚ ਸੈੱਟ ਹੈ, ਉਹਨਾਂ ਦੇ ਕਹਿਣ ਤੇ ਤੁਸੀਂ ਗਏ ਹੋ ਤੇ ਇਹ ਤੁਸੀਂ ਥੋੜਾ ਸਮਾਂ ਉਹਨਾਂ ਨੂੰ ਦੇ ਸਕੇ ਹੋ। ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਤੁਸੀਂ ਹੋਰ ਵੀ ਜ਼ਿਆਦਾ ਸਮਾਂ ਕੱਢੋਗੇ। ਇਹ ਮੈਂ ਇੱਕ ਤਰ੍ਹਾਂ ਤੁਹਾਡੇ ਕੋਲੋਂ ਵਾਅਦਾ ਹੀ ਲੈ ਰਿਹਾ। ਨਹੀਂ ਜੀ, ਬਹੁਤ ਸਾਰੇ ਬਹੁਤ ਕੋਆਪਰੇਟ ਕਰਦੇ ਨੇ ਜੀ। ਗੁੱਗੂ ਗਿੱਲ, ਯੋਗਰਾਜ, ਆਪਣਾ ਸਰਦਾਰ ਸੋਹੀ, ਨਿਰਮਲ ਰਿਸ਼ੀ ਤੇ ਅਰਵਿੰਦ ਰਵੀ ਡਾਇਰੈਕਟਰ ਨੇ ਉੱਥੇ, ਤੇ ਬਾਕੀ ਸਾਰੇ ਜਿਹਨਾਂ ਦੇ ਨਾਲ ਮੈਂ ਹੁਣ ਕੰਮ ਕਰ ਰਿਹਾ, ਅਮਰਦੀਪ ਹੋਣੀ, ਬਾਈ ਹੋਣੀ ਨੇ ਆਪਣੇ ਜੋਰਾ ਵਾਲੇ, ਅਮਰਦੀਪ ਗਿੱਲ, ਹਾਂਜੀ। ਤੇ ਇਹ ਸਾਰਿਆਂ ਨੇ ਕਿਹਾ ਵੀ ਯਾਰ ਹੁਣ ਤੂੰ ਬਹੁਤ ਦੇਰ ਹੋ ਗਈ, ਕਾਫੀ ਲੰਬਾ ਗੈਪ ਪੈ ਗਿਆ ਤੇਰਾ, ਕਿ ਤੂੰ ਆਪਾਂ ਕੰਮ ਕਰਦੇ ਹਾਂ। ਤੋ ਇਹ ਸਾਰਿਆਂ ਦਾ ਪਿਆਰ ਸਦਕੇ ਹੀ ਹੈ ਕਿ ਮੈਂ ਫਿਰ ਦੁਬਾਰਾ ਇੰਡਸਟਰੀ ਦੇ ਵਿੱਚ ਥੋੜਾ ਜਿਹਾ ਟਾਈਮ ਦੇ ਰਿਹਾ। ਬਟ ਮੈਂ ਥੀਏਟਰ ਮੇਰਾ ਬਰਕਰਾਰ ਹੈ, ਲਗਾਤਾਰ ਨਿਰੰਤਰ ਚੱਲਦਾ ਰਹੂਗਾ। ਅਸੀਂ ਬੜੀ ਜਲਦੀ ਇੱਕ ਨਾਟਕ ਲੈ ਕੇ ਆ ਰਹੇ ਹਾਂ, ਮੇਰੇ ਖਿਆਲ ਮਈ ਦੀ 10 ਮਈ ਦਾ ਸਾਡੀ ਬੁਕਿੰਗ ਹੋਈ ਹੈ ਨਾਟਕ ਦੀ, ਤੇ ਉਹਦਾ ਨਾਮ ਹੈ ਇਤਫਾਕ ਪਿਆਰ ਮੁਹੱਬਤ, ਮਦਰ ਡੇਜ਼ ਦੇ ਉੱਤੇ। ਮਦਰ ਦਾ ਇਤਫਾਕ ਪਿਆਰ ਮੁਹੱਬਤ ਕੀ ਹੈ, ਪਰਿਵਾਰਕ ਕਹਾਣੀ ਹੈ, ਉਹ ਬੜੀ ਵਧੀਆ। ਤੇ 10 ਮਈ ਨੂੰ ਅਸੀਂ ਉਹ ਕਰਨ ਜਾ ਰਹੇ ਹਾਂ। ਉਹ ਆਪਣੇ ਰਾਜਾ ਸਵੀਟਸ ਵਾਲੇ ਨੇ ਸਪਾਂਸਰ ਨੇ ਸਾਡੇ, ਮਤਲਬ ਪ੍ਰੈਜ਼ੈਂਟ ਉਹਨਾਂ ਦੀ ਹੈ, ਕਾਫੀ ਕੋਆਪਰੇਸ਼ਨ ਹੈ। ਸੋ ਥੀਏਟਰ ਬਰਕਰਾਰ ਹੈ ਜੀ, ਉਹ ਰੱਖਾਂਗੇ ਉਹਨੂੰ। ਡਾਕਟਰ ਸਾਹਿਬ, ਥੀਏਟਰ ਲਈ, ਤੁਹਾਨੂੰ ਫਿਲਮਾਂ ਲਈ ਬਹੁਤ ਬਹੁਤ ਸ਼ੁਭ ਇਸ਼ਾਵਾਂ। ਇੱਕ ਸਵਾਲ ਦਾ ਜਵਾਬ ਤੁਸੀਂ ਬਿਹਤਰ ਦੇ ਸਕਦੇ ਹੋ ਕਿ ਅਕਸਰ ਗੱਲ ਹੁੰਦੀ ਰਹਿੰਦੀ ਹੈ, ਚਰਚਾ ਹੁੰਦੀ ਰਹਿੰਦੀ ਹੈ ਕਿ ਪੰਜਾਬ ਦਾ ਜਿਹੜਾ ਥੀਏਟਰ ਹੈ ਉਹ ਇੰਡੀਆ ਦੇ ਮੁਕਾਬਲੇ, ਦੂਜੀਆਂ ਸਟੇਟਾਂ ਦੇ ਮੁਕਾਬਲੇ ਪੰਜਾਬ ਦਾ ਥੀਏਟਰ ਅੱਜ ਕਿੱਥੇ ਖੜਾ? ਪੰਜਾਬ ਦਾ ਥੀਏਟਰ ਦੀ ਪੋਜੀਸ਼ਨ ਕੋਈ ਜ਼ਿਆਦਾ ਵਧੀਆ ਨਹੀਂ ਹੈ ਜੀ। ਲੋਕ ਪੰਜਾਬੀ ਫਿਲਮਾਂ ਵੱਲ ਜ਼ਿਆਦਾ ਮਤਲਬ ਧਿਆਨ ਦੇ ਰਹੇ ਨੇ, ਤਵੱਜੋ ਦੇ ਰਹੇ ਨੇ। ਤੇ ਅਗਰ ਦੇਖਿਆ ਜਾਵੇ ਤਾਂ ਜਿਹੜਾ ਥੀਏਟਰ ਹੈ ਜਾਂ ਤਾਂ ਉਹ ਗੁਜਰਾਤ ਦੇ ਵਿੱਚ ਬਹੁਤ ਵਧੀਆ ਹੋ ਰਿਹਾ ਇਸ ਵੇਲੇ। ਅੱਛਾ। ਹਾਂ, ਮਤਲਬ ਪਰੇਸ਼ ਰਾਵਲੋਣੀ ਕਰਦੇ ਨੇ, ਬੜਾ ਕਮਾਲ ਦਾ ਕਰਦੇ ਨੇ, ਲਗਾਤਾਰ ਕਰਦੇ ਨੇ। ਸੋ ਮੈਂ ਇਹੀ ਕਹੂੰਗਾ ਵੀ ਪੰਜਾਬ ਦੇ ਵਿੱਚ ਕੋਈ ਥੀਏਟਰ ਦੀ ਵਧੀਆ ਹਾਲਤ ਨਹੀਂ ਹੈ ਇਸ ਵੇਲੇ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਥੀਏਟਰ ਦੇ ਦਰਸ਼ਕ ਜਿਹੜੇ ਆ ਉਹ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਅੱਗੇ ਨਹੀਂ ਆਏ। ਭਾਈ ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਕਰਕੇ ਟੀਵੀ ਰਾਹੀਂ ਵੀ ਬਹੁਤ ਸਾਰੇ ਲੋਕ ਜਾਣਦੇ ਆ, ਕੁਝ
3-4 ਦਹਾਕੇ ਪਹਿਲਾਂ ਜਿਹੜੇ ਵਾਲੇ ਲੋਕ ਆ ਜਿਹੜੇ ਉੱਥੇ ਰਹਿੰਦੇ ਸੀਗੇ, ਉਹ ਦੱਸ ਸਕਦੇ ਕਿ ਨੁੱਕੜ ਪ੍ਰੋਗਰਾਮ, ਜਿਹੜੇ ਨੁੱਕੜ ਨਾਟਕ ਹੁੰਦੇ ਸੀ ਉਹਨਾਂ ਦਾ ਉਹਨਾਂ ਨੇ ਆਨੰਦ ਮਾਣਿਆ। ਹੁਣ ਵਾਲਾ ਤਾਂ ਖੈਰ ਭਾਈ ਸਾਹਿਬ ਨਹੀਂ ਰਹੇ ਭਾਜੀ ਹੁਣੀ। ਤੇ ਉਸ ਤੋਂ ਬਾਅਦ ਥੋੜਾ ਬਹੁਤ ਥੀਏਟਰ ਦੇ ਵੱਲ ਲੋਕਾਂ ਦਾ ਧਿਆਨ ਹੋਇਆ ਸੀ, ਕੋਈ ਸਮਾਂ ਆਇਆ ਸੀ, ਪਰ ਜਿਵੇਂ ਤੁਸੀਂ ਦੱਸਿਆ, ਦੂਜੀ ਗੱਲ ਹੈ ਕਿ ਮਾਰ ਪੈ ਗਈ ਇਲੈਕਟ੍ਰੋਨਿਕ ਮੀਡੀਆ ਦੀ, ਉਹਦੇ ਕਰਕੇ ਲੋਕਾਂ ਦਾ ਧਿਆਨ ਜਿਹੜਾ ਆ ਉਹ ਵੱਖਰਾ ਹੋ ਗਿਆ। ਇਸ ਦੇ ਨਾਲ ਹੀ ਦੁਨੀਆ ਦੇ ਜਿਹੜੇ ਵੱਖ-ਵੱਖ ਦੇਸ਼ ਆ ਜਿੱਥੋਂ ਆਇਆ, ਜਿੱਥੋਂ ਥੀਏਟਰ ਆਇਆ ਆ, ਉਹਨਾਂ ਦੇ ਬਾਰੇ ਚ ਕੁਝ ਜ਼ਰੂਰ ਦੱਸੋ ਕਿ ਉਹਨਾਂ ਦੇ ਵਿੱਚ ਥੀਏਟਰਾਂ ਦੀ ਕੀ ਹਾਲਤ ਹੈ? ਇਹ ਦਰਅਸਲ ਗ੍ਰੀਕ ਤੋਂ ਇਹਦੀ ਪੈਦਾਵਾਰ ਹੋਈ ਹੈ ਜੀ, ਆਪਾਂ ਯੂਨਾਨ ਵੀ ਕਹਿੰਦੇ ਹਾਂ ਜੀ ਬਿਲਕੁਲ। ਤੇ ਉੱਥੇ ਥੀਏਟਰ, ਇੱਥੇ ਦਰਅਸਲ ਇਹ ਆਪਣੇ ਬ੍ਰੌਡਵੇ ਤੇ ਥੀਏਟਰ ਹੁੰਦਾ ਜੀ, ਬ੍ਰੌਡਵੇ ਤੇ ਜੀ ਆਪਣੇ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ, ਪਰ ਬਾ ਕਮਾਲ ਹੁੰਦਾ ਜੀ, ਲਗਾਤਾਰ ਹੁੰਦਾ ਜੀ। ਜਿਹੜੇ ਇਹਨਾਂ ਦੇ ਫਾਊਂਡਰ ਨੇ ਸਟਾਸਲਾਵਾਸਕੀ ਜੀ, ਜਿਨ੍ਹਾਂ ਨੇ ਕਿ ਇਹਦੀ ਐਕਟਿੰਗ ਦੀ, ਡਾਇਰੈਕਸ਼ਨ ਦੀ, ਥੀਏਟਰ ਦੀ, ਜਿਹੜੇ ਫਾਊਂਡਰ ਨੇ, ਜਿਨ੍ਹਾਂ ਨੇ ਕਹਿੰਦੇ ਹੁੰਦੇ ਆ ਵੀ ਦੱਸਿਆ ਵੀ ਐਕਟਿੰਗ ਕੀ ਹੁੰਦੀ, ਸਾਰੇ ਉਹਨਾਂ ਲਾਜ਼ ਨੂੰ ਫਾਲੋ ਕਰਕੇ, ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀਆਂ ਬੁੱਕਸ ਦੀਆਂ ਅੱਗੇ ਟ੍ਰਾਂਸਲੇਸ਼ਨਾਂ ਹੋ ਗਈਆਂ ਸਟਾਸਲਾਵਾਸਕੀ ਦੀਆਂ, ਪਰ ਹੁਣ ਵੀ MA ਦੇ ਵਿੱਚ ਜਾਂ ਜਿਹੜਾ ਇਹਦੇ ਰੂਲਸ ਨੇ, ਜਿਹੜੇ ਫੰਡਾਮੈਂਟਲ ਰੂਲਸ ਕਹਿੰਦੇ ਜਾਂ ਬੇਸਿਕ ਰੂਲਸ ਨੇ ਸਟਾਸਲਾਵਾਸਕੀ ਦੇ, ਹੁਣ ਵੀ ਉਹੀ ਪੜ੍ਹਾਏ ਜਾਂਦੇ ਨੇ। ਪਰ ਪੜ੍ਹਨ ਨਾਲੋਂ ਜ਼ਿਆਦਾ ਕੀ ਹੈ ਕਿ ਉਹਨਾਂ ਦੀ ਪ੍ਰੈਕਟੀਕਲੀ ਸ਼ੇਪ ਕੀ ਹੈ, ਪ੍ਰੈਕਟੀਕਲੀ, ਥਿਓਰੀਟਿਕਲੀ ਹੋ ਗਿਆ, ਪ੍ਰੈਕਟੀਕਲੀ ਹੋ ਗਿਆ। ਸਭ ਤੋਂ ਜ਼ਿਆਦਾ ਜਿਹੜੇ ਅਬਰੋਡ ਦੇ ਵਿੱਚ ਜਿਹੜੇ ਹੁੰਦੇ ਨੇ ਸ਼ੋਅ, ਬ੍ਰੌਡਵੇ ਦੇ ਉੱਤੇ ਜਿਹੜੇ ਰੈਗੂਲਰ ਸ਼ੋਅ ਆਪਾਂ ਜਿਹਨੂੰ ਕਹਿੰਦੇ ਮਹੀਨਾ 2-2 ਮਹੀਨੇ ਡੇਲੀ ਸ਼ੋਅ ਹੁੰਦਾ, ਸੇਮ ਸ਼ੋਜ਼ ਹੁੰਦੇ ਨੇ, ਉਹ ਉੱਥੇ ਬਹੁਤ ਪ੍ਰਚਲਿਤ ਹੈ ਔਰ ਬੜਾ ਮਸ਼ਹੂਰ ਹੈ ਔਰ ਬੜਾ ਪਾਪੂਲਰ ਔਰ ਬਹੁਤ ਹੀ ਬਾਕਮਾਲ ਦਾ ਹੀ ਉਹਨਾਂ ਦੀ ਜਿਹੜੀ ਮਾਡਰਨ ਟੈਕਨੀਕ ਆਫ ਥੀਏਟਰ ਹੈ, ਦੇਖਣ ਨੂੰ ਉੱਥੇ ਜ਼ਿਆਦਾ ਵਧੀਆ ਮਿਲਦੀ ਹੈ। ਔਰ ਕਈ ਬੰਦੇ ਮੈਂ ਦੇਖਿਆ ਸਿਰਫ ਐਕਟਿੰਗ ਹੀ ਕਰਦੇ ਨੇ ਥੀਏਟਰ ਦੇ ਵਿੱਚ, ਸਿਰਫ ਡਾਇਰੈਕਸ਼ਨ ਹੀ ਕਰਦੇ ਨੇ, ਸਿਰਫ ਲਾਈਟਿੰਗ ਹੀ ਕਰਦੇ ਨੇ, ਫੁੱਲ ਟਾਈਮ ਜੌਬ। ਸੋ ਮੈਂ ਇਹ ਕਹੂੰਗਾ ਵੀ ਅਬਰੋਡ ਦੇ ਵਿੱਚ ਇਹਦੀ ਜ਼ਿਆਦਾ ਮਤਲਬ ਦੇਖਣ ਨੂੰ ਮਿਲਦਾ ਹੈ, ਕਰਨ ਨੂੰ ਵੀ ਚਾਂਸਸ ਵੀ ਥੋੜੇ ਜ਼ਿਆਦਾ ਨੇ। ਟੰਗ ਸਾਹਿਬ, ਨਾਟਕਾਂ ਦੇ ਦਰਸ਼ਕ ਭਾਵੇਂ ਘਟ ਰਹੇ ਆ ਪਰ ਫਿਲਮਾਂ ਦੇ ਵਧ ਰਹੇ, ਕੀ ਕਾਰਨ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਇੱਕਦਮ ਉਭਾਰ ਆਇਆ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ, ਬੜੇ ਚੰਗੇ ਚੰਗੇ ਤਜਰਬੇ ਹੋ ਰਹੇ ਆ, ਤੇ ਇਹਦਾ ਤੁਸੀਂ ਕੀ ਸੋਚਦੇ ਹੋ ਵੀ ਕੀ ਕਾਰਨ ਹੋ ਸਕਦਾ? ਸ਼ਾਹ ਸਾਹਿਬ, ਇਸ ਤਰ੍ਹਾਂ ਹੈ, ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਜਿਹੜਾ ਬੰਦ ਪਿਆ ਸੀਗਾ, ਤੇ ਮਿਸਟਰ ਮਨਮੋਹਨ ਸਿੰਘ ਉਹਨਾਂ ਨੇ ਆਪਣੇ ਮਾਨ ਸਾਹਿਬ ਨਾਲ, ਜਿਹੜੇ ਡਾਇਰੈਕਟਰ ਫੋਟੋਗ੍ਰਾਫਰ ਸੀ, ਮਨਮੋਹਨ ਸਿੰਘ ਉਹਦਾ ਇਹਦਾ ਪ੍ਰਭਾਵ ਜਾਂਦਾ ਵੀ ਜੇ ਪ੍ਰਧਾਨ ਮੰਤਰੀ ਸੀਗੇ। ਨਹੀਂ, ਪ੍ਰਧਾਨ ਮਨਮੋਹਨ ਸਿੰਘ ਜਿਹੜੇ ਕੈਮਰਾਮੈਨ ਸੀ, ਡਾਇਰੈਕਟਰ ਵੀ ਨੇ, ਵੈਸੇ ਬੇਸਿਕਲੀ ਕੈਮਰਾਮੈਨ ਨੇ, ਉਹਨਾਂ ਨੇ ਆਪਣੇ ਹਰਭਜਨ ਮਾਨ ਦੇ ਨਾਲ ਰਲ ਕੇ ਫਿਲਮਾਂ ਦਾ ਆਗਾਜ਼ ਕੀਤਾ। ਉਹਨਾਂ ਨੇ ਜਿਹੜੀ ਕਹਿੰਦੇ ਹੁੰਦੇ ਵੀ ਪੰਜਾਬੀ ਸਿਨੇਮੇ ਦੇ ਦਰਸ਼ਕਾਂ ਨੂੰ ਤੇ ਪੰਜਾਬੀ ਸਿਨੇਮਿਆਂ ਨੂੰ ਜਿਹੜੀ ਗਰਜੀ ਲੱਗੀ ਸੀਗੀ, ਉਹ ਉਹਨਾਂ ਨੇ ਝਾੜੀ ਦਰਸ਼ਕਾਂ ਨੂੰ ਦੁਬਾਰਾ ਖਿੱਚ ਕੇ ਲਗਾਇਆ। ਉਹਨੇ ਜੀ ਆਇਆਂ ਨੂੰ ਤੇ ਕਾਫੀ ਇਦਾਂ ਦੇ ਨਾਂ ਦੀਆਂ ਕਾਫੀ 5-4 ਫਿਲਮਾਂ ਬਣਾਈਆਂ ਉਹਨਾਂ ਨੇ, ਜਿਹੜੇ ਕਿ ਬਹੁਤ ਕਮਾਲ ਦੀਆਂ ਰਹੀਆਂ ਔਰ ਬਹੁਤ ਕਾਮਯਾਬ ਰਹੀਆਂ। ਉਸ ਤੋਂ ਬਾਅਦ ਸਿਨੇਮਾ ਖੁੱਲ ਗਿਆ ਜਦੋਂ ਸਿਨੇਮਾ ਖੁੱਲ ਗਿਆ, ਦੇਖੋ ਹਰ ਬੰਦੇ ਦੀ ਪੰਜਾਬੀ ਕਲਚਰ ਲਈ, ਪੰਜਾਬੀ ਸੱਭਿਆਚਾਰ ਲਈ ਕੋਈ ਨਾ ਕੋਈ ਦੇਣ ਵਾਸਤੇ ਜਾਂ ਉਹਨੂੰ ਪ੍ਰਫੁੱਲਤ ਕਰਨ ਵਾਸਤੇ ਕੋਈ ਨਾ ਕੋਈ ਕੋਸ਼ਿਸ਼ ਹਮੇਸ਼ਾ ਜਾਰੀ ਰਹਿੰਦੀ ਹੈ। ਉਹ ਪਤਾ ਨਹੀਂ ਸਡਨਲੀ ਕੀ ਹੋਇਆ ਕਿ ਪੰਜਾਬੀ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ। ਪੰਜਾਬੀ ਫਿਲਮਾਂ ਇੰਨੀਆਂ ਬਣਨ ਲੱਗ ਗਈਆਂ ਤੇ ਕਾਮਯਾਬੀ ਹੋਈਆਂ, ਬਣਨ ਵੀ ਲੱਗ ਗਈਆਂ, ਬਟ ਬਣਦੀਆਂ ਵਿੱਚ ਫਿਰਕਾ ਵਿਚੋਲਾ ਜਾ ਹੋਇਆ ਸ਼ੁਰੂ ਹੋ ਗਿਆ। ਵੀ ਲੋਕ, ਜਿਵੇਂ ਕਿ ਸਿਆਣੇ ਹਰ ਬੰਦਾ ਕਹਿੰਦਾ ਵੀ ਵਿਸ਼ੇ ਤੋਂ ਬੰਦਾ, ਬਿਲਕੁਲ। ਟਾਂਗੀ ਸਾਹਿਬ ਦੇਖੋ, ਜਦ ਇਹ ਫਿਲਮਾਂ ਹੋ ਗਈਆਂ, ਮਿਊਜ਼ਿਕ ਹੋ ਗਿਆ, ਇਹ ਕਿਉਂਕਿ ਇੱਕ ਮਾਰਕੀਟ ਆ, ਮੰਡੀ ਆ ਬਹੁਤ ਵੱਡੀ, ਇੱਕ ਕਿਸਮ ਦੀ ਫਿਲਮ ਚੱਲੀ ਤਾਂ ਉਹਦੇ ਨਾਲ ਦੀਆਂ 6 ਆ ਗਈਆਂ। ਕਿਤੇ ਡਰ ਲੱਗਣ ਲੱਗ ਪੈਂਦਾ ਵੀ ਜਿਵੇਂ ਪਹਿਲਾਂ ਅੱਜ ਤੋਂ 2 ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਜਦੋਂ ਫਿਲਮਾਂ ਡਿੱਗੀਆਂ ਬੁਰੀ ਤਰ੍ਹਾਂ, ਉਦੋਂ ਉਹ ਜਿਹੜਾ ਸਬਜੈਕਟ ਹੁੰਦਾ ਸੀ ਜੱਟ, ਬਦਲਾ ਜੱਟੀ ਦਾ, ਪੁੱਤ ਜੱਟਾਂ ਦੇ, ਦੁਸ਼ਮਣੀ ਜੱਟਾਂ ਦੀ, ਤੇ ਉਹ ਜਿਸ ਤਰ੍ਹਾਂ ਮਜ਼ਾਕ ਵੀ ਆਇਆ ਸੀ ਵੀ ਵੇਲਣਾ ਜੱਟੀ ਦਾ ਤੇ ਪਜਾਮਾ ਜੱਟ ਦਾ। ਸੋ ਇਹੋ ਜਿਹੇ ਮਜ਼ਾਕਾਂ ਦੇ ਵਿੱਚ ਘਿਰ ਕੇ ਫਿਲਮਾਂ ਡਿੱਗ ਪਈਆਂ ਸੀਗੀਆਂ। ਅੱਜ ਜਿਹੜੀਆਂ ਫਿਲਮਾਂ ਬਣ ਰਹੀਆਂ ਆ, ਉਹਨਾਂ ਦੇ ਵਿੱਚੋਂ ਮੇਰਾ ਖਿਆਲ ਹੈ, ਤੁਸੀਂ ਬਿਹਤਰ ਦੱਸ ਸਕਦੇ ਹੋ, ਮੇਰਾ ਸਵਾਲ ਹੈ ਤੁਹਾਨੂੰ, ਕਿ ਇੰਨੀਆਂ ਜ਼ਿਆਦਾ ਫਿਲਮਾਂ ਬਣ ਰਹੀਆਂ ਪਰ ਹਿੱਟ ਬਹੁਤ ਘੱਟ ਹੋ ਰਹੀਆਂ।
ਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਫਿਲਮਾਂ ਬਣ ਰਹੀਆਂ, ਜਿਸ ਤਰੀਕੇ ਦੇ ਨਾਲ 10 ਚੋਂ 3 ਫਿਲਮਾਂ ਕਾਮਯਾਬ ਹੋ ਰਹੀਆਂ ਤੇ ਬਾਕੀ ਦੀਆਂ 5 ਪੈਸੇ ਪੂਰੇ ਕਰਦੀਆਂ ਤੇ ਕੁਝ ਫਲਾਪ ਹੋ ਜਾਂਦੀਆਂ, ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੰਨੀਆਂ ਜ਼ਿਆਦਾ ਫਿਲਮਾਂ ਬਣਨ ਦਾ ਨੁਕਸਾਨ ਹੋ ਸਕਦਾ? ਬਿਲਕੁਲ ਸ਼ਾਹ ਸਾਹਿਬ, ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਹੈ। ਜੋ ਅੱਜ ਦਾ ਦੌਰ ਚੱਲ ਰਿਹਾ ਨਾ, ਕਿਉਂਕਿ ਫਿਲਮਾਂ ਫਲॉप ਹੋਣ ਦਾ ਕਾਰਨ ਹੀ ਇਹ ਹੈ ਕਿ ਦੇਖੋ ਫਿਲਮ ਦੇ ਵਿੱਚ ਹੁੰਦੀ ਹੈ ਸਕ੍ਰਿਪਟ 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 ਜੀ, ਯਾਨੀ ਕਿ ਕਹਿਣ ਦਾ ਮਤਲਬ ਸ਼ੁਰੂ ਤੋਂ ਲੈ ਕੇ ਇੰਟਰਵਲ ਤੱਕ ਸਕ੍ਰਿਪਟ, ਇੰਟਰਵਲ ਤੋਂ ਬਾਅਦ ਸਕ੍ਰਿਪਟ, ਯਾਨੀ ਕਿ 3 ਪੜਾਅ ਜੀ ਸਕ੍ਰਿਪਟ ਦੇ। ਸਟੋਰੀ ਜਿਹੜੀ ਸਟੋਰੀ ਹੋਣੀ ਚਾਹੀਦੀ ਹੈ, ਸਟੋਰੀ ਸਕ੍ਰਿਪਟ ਇਹਨੂੰ ਜੀ ਆਪਣੀ ਮੂਵੀ ਫਿਲਮੀ ਭਾਸ਼ਾ ਸਕ੍ਰਿਪਟ ਕਹਿੰਦੇ ਜੀ, ਬਿਲਕੁਲ ਬਿਲਕੁਲ। ਉਹ ਜਿਹੜੀ ਸਕ੍ਰਿਪਟ ਤੋਂ ਭੜਕਣ ਕਾਰਨ ਹੀ ਫਿਲਮਾਂ ਜਿਹੜੀਆਂ ਕਿ ਨੇ ਉਹ ਫਲॉप ਹੋ ਰਹੀਆਂ ਨੇ ਜੀ। ਔਰ ਮੇਰਾ ਜੋ ਆਪਣਾ ਜਾਤੀ ਖਿਆਲ ਹੈ ਵੀ ਅਗਰ ਮਿਊਜ਼ਿਕ ਵੱਲ ਔਰ ਸਕ੍ਰਿਪਟ ਵੱਲ ਨਾ ਧਿਆਨ ਕੀਤਾ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਲਮਾਂ ਹੋਰ ਫਲॉप ਹੋਣਗੀਆਂ, ਯਾਨੀ ਕਿ ਡ੍ਰੌਪ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਫਿਲਮ ਇੰਡਸਟਰੀ ਦੇ ਵਿੱਚ ਜੇ ਆਪਾਂ ਨਾ ਧਿਆਨ ਕੀਤਾ ਤਾਂ। ਜੀ ਹੁਣ ਦੇਖੋ ਫਿਲਮਾਂ ਆ ਰਹੀਆਂ, ਅੰਗਰੇਜ਼ ਫਿਲਮ ਬਣਨ ਤੋਂ ਬਾਅਦ ਤਕਰੀਬਨ ਟ੍ਰੈਂਡ ਹੋ ਗਿਆ ਕਿ ਅੱਜ ਤੋਂ 30 ਸਾਲ ਪੁਰਾਣੀ 3 ਦਹਾਕੇ ਪਹਿਲਾਂ ਦੀ ਫਿਲਮ, 4 ਦਹਾਕੇ ਪਹਿਲਾਂ ਦੀ ਫਿਲਮ ਕੱਚੇ ਘਰ ਆ, ਤਾਂ ਜਿਹੜਾ ਉਦੋਂ ਦਾ ਰਹਿਣ ਸਹਿਣ ਸੀ, ਉਦੋਂ ਦੇ ਕੱਪੜੇ ਪਹਿਰਾਵਾ, ਸਵਾਟਰ ਪਾਏ ਆ ਜਾਂ ਦੇਸੀ ਪੱਗਾਂ ਬੰਨੀਆਂ ਆ ਤੇ ਨਲਕੇ ਆ, ਖੂਹ ਆ, ਸੋ ਇਹ ਜਿਹੜਾ ਬੀਤਿਆ ਸਮਾਂ ਆ, ਅੰਗਰੇਜ਼ ਫਿਲਮ ਦੀ ਸਫਲਤਾ ਤੋਂ ਬਾਅਦ 'ਚ ਤਜਰਬੇ ਹੋਣ ਲੱਗੇ। ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸੀਗੀਆਂ ਉਹ ਵਿਆਹਾਂ ਦੇ ਨਾਲ ਸੰਬੰਧਿਤ ਚੱਲੀਆਂ ਵੀ ਆ, ਪਰ ਹੁਣ ਹਰੇਕ ਫਿਲਮ ਦੇ ਵਿੱਚ ਵਿਆਹ 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 ਆ ਰਿਹਾ, ਜਾਂ ਦੂਜੇ ਪਾਸੇ ਕਮੇਡੀ ਦੇ ਨਾਂ ਦੇ ਉੱਤੇ ਬੜੀ ਫੂਡ ਕਿਸਮ ਦੀ ਕਮੇਡੀ ਹੋ ਰਹੀ ਹੈ ਔਰ ਬਹੁਤ ਇਹਦਾ ਪੱਧਰ ਜਿਹੜਾ ਉਹ ਦਿਨੋਂ ਦਿਨ ਡਿੱਗਦਾ ਜਾ ਰਿਹਾ। ਤੇ ਇਹ ਮਤਲਬ ਡਰ ਇਹੀ ਬਣਿਆ ਹੋਇਆ ਕਿ ਇਦਾਂ ਹੋ ਸਕਦਾ ਕਿ ਫਿਲਮਾਂ ਡਿੱਗ ਪੈਣ। ਕੀ ਸੁਝਾਅ ਦਿਓਗੇ ਕਿ ਫਿਲਮਾਂ ਨੂੰ ਜਿਉਂਦਾ ਰੱਖਣ ਲਈ, ਇਸ ਇੰਡਸਟਰੀ ਨੂੰ ਬਰਕਰਾਰ ਰੱਖਣ ਦੇ ਲਈ ਕਿ ਡਿੱਗ ਨਾ ਪਵੇ, ਕਿਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ? ਸ਼ਾਹ ਸਾਹਿਬ ਸਵਾਲ ਤੁਹਾਡਾ ਬਹੁਤ ਵਧੀਆ ਔਰ ਵਾਕਈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਸਾਡੀ ਇੰਡਸਟਰੀ ਇਸ ਵੇਲੇ, ਪੰਜਾਬੀ ਇੰਡਸਟਰੀ ਇੰਨੀ ਟੌਪ ਤੇ ਗਈ ਹੈ ਕਿ ਹਿੰਦੀ ਸਿਨੇਮਾ ਵਾਲੇ ਵੀ ਇਸ ਤੋਂ ਖੌਫ ਖਾਂਦੇ ਨੇ ਜਦੋਂ ਕਿ ਪੰਜਾਬ ਦੇ ਵਿੱਚ ਕੋਈ ਪੰਜਾਬੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਜਾਂ ਹਿੰਦੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਸਪੈਸ਼ਲੀ, ਤਾਂ ਉਹ ਦੇਖਦੇ ਨੇ ਵੀ ਉਹਦੇ ਕੰਪੈਰੇਟਿਵਲੀ ਕੋਈ ਪੰਜਾਬੀ ਫਿਲਮ ਤਾਂ ਨਹੀਂ ਰਿਲੀਜ਼ ਹੋ ਰਹੀ। ਅਗਰ ਹੋ ਰਹੀ ਹੈ ਤਾਂ ਉਹ ਫਿਕਰਮੰਦ ਨੇ ਇਸ ਗੱਲ ਦੇ ਵੀ ਪੰਜਾਬੀ ਦੀ ਮਾਰਕੀਟ ਬਹੁਤ ਜ਼ਿਆਦਾ ਹੈ। ਮੇਰੀ ਬਾਕੀ ਸਾਰੇ ਜਿਹੜੇ ਫਿਲਮ ਇੰਡਸਟਰੀ ਦੇ ਲੋਕ ਨੇ, ਮੇਰੇ ਦੋਸਤ ਮਿੱਤਰ ਨੇ, ਭੈਣ ਭਰਾ ਨੇ, ਉਹ ਮੇਰੇ ਨਾਲੋਂ ਬਿਹਤਰ ਜਾਣਦੇ ਨੇ ਕਿਉਂਕਿ ਮੈਂ ਇੰਨੀਆਂ ਪੰਜਾਬੀ ਫਿਲਮਾਂ ਤਾਂ ਨਹੀਂ ਕਰਦਾ। ਪਰ ਮੇਰੀ ਇੱਕ ਸਲਾਹ ਹੈ ਕਿ ਇੱਕ ਤਾਂ ਰੈਪੀਟੀਸ਼ਨ ਹੈ ਜਿਹੜੀ ਕਿਸੇ ਵੀ ਸਬਜੈਕਟ ਦੀ, ਉਹਨੂੰ ਘਟਾਇਆ ਜਾਵੇ ਜੀ। ਬਹੁਤ ਜ਼ਿਆਦਾ ਹੋ ਰਹੀ, ਬਹੁਤ ਜ਼ਿਆਦਾ ਹੋ ਰਹੀ ਹੈ ਰੈਪੀਟੀਸ਼ਨ, ਕਿਉਂਕਿ ਇੱਕੋ ਹੀ ਫਲੇਵਰ, ਇੱਕੋ ਤਰ੍ਹਾਂ ਦੀਆਂ ਚੀਜ਼ਾਂ ਦੇਖ ਦੇਖ ਕੇ ਲੋਕ ਅੱਕ ਜਾਂਦੇ ਨੇ। ਤੁਹਾਨੂੰ ਇੱਕ ਕੰਪਲੀਟ ਕਹਾਣੀ, ਵਧੀਆ ਕਹਾਣੀ ਉਹਨੂੰ ਲੈ ਕੇ ਉਹਨੂੰ ਵਧੀਆ ਨੈਚੁਰਲ ਟ੍ਰੀਟਮੈਂਟ ਦੇ ਨਾਲ ਉਹਨੂੰ ਖੇਡਿਆ ਜਾਵੇ ਸਿਨੇਮੇ ਦੇ ਵਿੱਚ। ਉਹਨੂੰ ਮਤਲਬ ਖੇਡਣਾ ਹੀ ਹੁੰਦਾ, ਉਹ ਵੀ ਸਿਨੇਮਾ ਵੀ ਗੇਮ ਹੀ ਹੈ ਇੱਕ। ਤੇ ਇੱਕ ਕੁਛ ਕਿਸਮ ਦੀ ਕੋਈ ਦੇਖੋ ਕਹਾਣੀ ਉਹੀ ਹੁੰਦੀ ਹੈ, ਸਾਰਾ ਕੁਝ ਹੋ ਜਾਂਦਾ, ਉਹਦੀ ਜਿਹੜੀ ਟ੍ਰੀਟਮੈਂਟ ਹੈ, ਉਹਦੀ ਟ੍ਰੀਟਮੈਂਟ ਥੋੜੀ ਜਿਹੀ ਕੋਈ ਕਿਸੇ ਦੀ ਵੱਖਰੀ ਦਿਖਾ ਕੇ, ਇਨਸੀਡੈਂਟਸ ਉਹਦੇ ਕਿਸੇ ਤਰੀਕੇ ਵੱਖਰੇ ਦਿਖਾ ਕੇ ਤੇ ਉਹਨੂੰ ਹੋਰ ਰੌਚਕ ਬਣਾਇਆ ਜਾਵੇ। ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਦੀ ਇੱਕ ਬਹੁਤ ਸਟੀਕ ਐਗਜ਼ਾਮਪਲ ਦੇਣਾ। ਹਰ ਇੱਕ ਫਿਲਮ ਜਿਹੜੀ ਆ ਤਕਰੀਬਨ ਉਹ 'ਚ ਲਵ ਸਟੋਰੀ ਹੈ, ਉਹਦੇ ਵਿੱਚ ਤਕਰੀਬਨ ਵਿਆਹ ਆ। ਕਈਆਂ ਫਿਲਮਾਂ ਦੇ ਵਿੱਚ ਵਿਆਹ ਨੂੰ ਭਾਰੂ ਕਰ ਦਿੱਤਾ ਜਾਂਦਾ ਕਿ ਤਿਆਰੀਆਂ ਹੋ ਰਹੀਆਂ, ਮੰਜੇ ਬਿਸਤਰੇ ਆ ਰਹੇ ਆ, ਲੱਡੂ ਵੱਟੇ ਜਾ ਰਹੇ ਆ, ਹਲਵਾਈ ਲੱਗੇ ਹੋਏ ਆ। ਦੂਜੇ ਪਾਸੇ ਫਿਲਮ ਆਈ ਸੀ ਇੱਕ, ਉਹਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ, ਉਹਨੂੰ ਬੜੀ ਸੁਹਿਰਦ ਫਿਲਮ ਮੰਨਿਆ ਗਿਆ, ਉਹ ਸੀ ਰੱਬ ਦਾ ਰੇਡੀਓ। ਸੀਗੀ ਉਹ ਵੀ ਲਵ ਸਟੋਰੀ ਸੀਗੀ, ਉਹ ਵੀ ਵਿਆਹ ਤੱਕ ਸੀਮਤ, ਪਰ ਉਹਦੇ ਵਿੱਚ ਜਿਹੜੀ ਸੰਜੀਦਗੀ ਉਹ ਫਿਲਮ ਦੇ ਵਿੱਚ ਦਿਖਾਈ ਗਈ, ਜਿਹੜੀ ਗੱਲ ਤੁਸੀਂ ਕਹਿ ਰਹੇ ਟ੍ਰੀਟਮੈਂਟ ਉਹ ਇੰਨੀ ਵਧੀਆ ਟ੍ਰੀਟ ਕੀਤਾ ਉਹਨਾਂ ਨੇ ਕਿ ਉਹ ਫਿਲਮ ਚੱਲੀ ਆ, ਉਹਦੀ ਬਹੁਤ ਜ਼ਿਆਦਾ ਤਾਰੀਫ ਹੋਈ ਆ। ਔਰ ਵਧੀਆ ਗੱਲ ਇਹ ਆ ਕਿ ਤੁਸੀਂ ਕਿਹਾ ਵੀ ਕੱਚ ਵਿਚੋਲਾ ਪਿਆ ਹੋਇਆ, ਇਸ ਸਾਰੇ ਕੱਚ ਵਿਚੋਲੇ ਦੇ ਵਿੱਚ ਉਹ ਫਿਲਮ ਨੇ ਵੱਖਰੀ ਪਛਾਣ ਬਣਾਈ ਔਰ ਕਾਮਯਾਬੀ ਦੇ ਝੰਡੇ। ਬਿਲਕੁਲ ਉਹਦਾ ਰੀਜ਼ਨ ਇਹ ਹੈ, ਦੇਖੋ ਫਿਲਮਾਂ ਦਾ ਜਿਹੜਾ ਫਾਰਮੈਟ ਆ ਸ਼ਾਹ ਸਾਹਿਬ, ਉਹ ਤੁਸੀਂ ਬਦਲ ਨਹੀਂ ਸਕਦੇ। ਹੀਰੋ ਹੀਰੋਇਨ ਵੀ ਹੁੰਦੇ ਨੇ, ਮਾਂ-ਬਾਪ ਵੀ ਹੁੰਦੇ ਨੇ, ਭੈਣ ਭਾਈ ਵੀ ਹੁੰਦੇ ਨੇ, ਵਿਲਨ ਵੀ ਹੁੰਦਾ, ਪਿੰਡ ਵਾਲੇ ਵੀ ਹੁੰਦੇ ਨੇ, ਚਾਚੇ ਤਾਏ ਵੀ ਹੁੰਦੇ ਨੇ, ਪ੍ਰੇਮ ਕਹਾਣੀਆਂ ਵੀ ਹੁੰਦੀਆਂ, ਸਭ ਕੁਝ ਹੁੰਦਾ। ਬੰਦੇ ਹੋਈ ਹੁੰਦੇ ਨੇ, ਗੱਲ ਹੈ ਵੀ ਉਹਨਾਂ ਦਾ ਵਿਚਰਨਾ ਆਪਸ ਵਿੱਚ ਹੀ, ਹਾਊ ਦੇ ਬਿਹੇਵ ਈਚ ਅਦਰ, ਉਹ ਜਿਹੜੀ ਟ੍ਰੀਟਮੈਂਟ ਹੈ। ਅਗਰ ਆਪਾਂ ਉਸ ਗੱਲ ਨੂੰ ਧਿਆਨ ਦੇ ਵਿੱਚ ਰੱਖਾਂਗੇ ਵੀ ਫੁੱਫੜਾ ਆਇਆ, ਭੂਆ ਨੂੰ ਆਈ, ਮਾਮਾ ਆਇਆ, ਚਾਚਾ ਆਇਆ, ਵੀ ਉਹ ਮਿਲਦੇ ਕਿੱਦਾਂ ਨੇ ਇੱਕ ਦੂਸਰੇ ਨਾਲ, ਕਿਸ ਤਰ੍ਹਾਂ ਇੱਕ ਨਵੀਨਤਾ ਨਾਲ, ਇੱਕ ਚਾਹ ਨਾਲ, ਜਾਂ ਕਿਸੇ ਦੀ
ਕਿਸੇ ਨਿੱਕੇ ਜਿਹੇ ਇੰਸੀਡੈਂਟ ਨਾਲ ਇੱਕ ਦੂਸਰੇ ਨਾਲ ਉਹ ਕਿਵੇਂ ਖੈਬੜਦੇ ਨੇ, ਕਿਵੇਂ ਰਿਸ਼ਤੇ ਨਾਤਿਆਂ ਦੀ ਦਰਦ ਨੂੰ ਬਰਕਰਾਰ ਰੱਖਦੇ ਨੇ ਠੰਡੇ ਮਿੱਠੇ ਤਜਰਬਿਆਂ ਦੇ ਨਾਲ। ਉਹ ਜਿਹੜਾ ਬਿਹੇਵ ਹੈ, ਅਗਰ ਆਪਾਂ ਇੰਡਸਟਰੀ ਦੇ ਵਿੱਚ ਪੰਜਾਬੀ ਵਿੱਚ ਉਹਨੂੰ ਲੈ ਕੇ ਆਈਏ, ਉਹਦੀ ਹੁਣ ਇਸ ਵੇਲੇ ਜ਼ਰੂਰਤ ਹੈ, ਕਿਉਂਕਿ ਆਪਾਂ ਕਲਚਰ ਬਹੁਤ ਦੇਖ ਲਿਆ, ਲੜਾਈਆਂ ਪੜਾਈਆਂ ਬਹੁਤ ਦੇਖ ਲਈਆਂ। ਹੁਣ ਅਗਰ ਜ਼ਰੂਰਤ ਹੈ ਕਿ ਇੱਕ ਸਟੋਰੀ ਨੂੰ ਲੈ ਕੇ ਹੌਲੀ ਹੌਲੀ ਉਹਦਾ ਗ੍ਰਾਫ ਹੈ, ਜਿਵੇਂ ਇੱਕ ਬੱਚਾ ਛੋਟੇ ਤੋਂ ਹੌਲੀ ਹੌਲੀ ਕਿਵੇਂ ਵੱਡਾ ਹੁੰਦਾ, ਕਿਵੇਂ ਗੁਣ ਪੈਦਾ ਹੁੰਦੇ ਨੇ, ਕਿਵੇਂ ਅਵਗੁਣ ਪੈਦਾ ਹੁੰਦੇ ਨੇ, ਜਦੋਂ ਆਪਾਂ ਉਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਟੋਰੀ ਦੀ ਮੇਰਾ ਮਤਲਬ ਕਹਿਣ ਦਾ ਅਖੀਰ ਉਹੀ ਆ ਜਾਂਦਾ ਵੀ ਟ੍ਰੀਟਮੈਂਟ ਨੂੰ ਜਿੰਨੀ ਦੇਰ ਆਪਾਂ ਨਹੀਂ ਲਿਖਾਂਗੇ ਉਹਨਾਂ ਦੇਰ ਰੌਚਕ ਨਹੀਂ ਬਣ ਸਕਦੀ। ਮੇਰੇ ਖਿਆਲ 'ਚ ਤੁਸੀਂ ਕਿਉਂਕਿ ਥੀਏਟਰ ਦੇ ਨਾਲ ਸੰਬੰਧਿਤ ਹੋ, ਬਲਕਿ ਤੁਸੀਂ ਸਾਰੀ ਜ਼ਿੰਦਗੀ ਥੀਏਟਰ ਨੂੰ ਸਮਰਪਿਤ ਕੀਤੀ ਆ, ਅੱਜ ਇਸ ਬਰੀਕੀ ਨਾਲ ਤੁਸੀਂ ਸਮਝਾ ਰਹੇ ਹੋ, ਇਸ ਬਰੀਕੀ ਨੂੰ ਸਮਝਣ ਵਾਲੇ ਮੈਨੂੰ ਲੱਗਦਾ ਕਿ ਪੰਜਾਬੀ ਥੀਏਟਰ ਦੇ ਵਿੱਚ ਜਿਹੜੇ ਦਰਸ਼ਕ ਆ ਉਹ ਮੌਜੂਦ ਆ, ਪਰ ਬਹੁਤ ਘੱਟ ਗਿਣਤੀ ਆ ਉਹਨਾਂ ਦੀ ਜਿਹੜੇ ਰੱਬ ਦਾ ਰੇਡੀਓ ਵਰਗੀ ਫਿਲਮ ਨੂੰ ਕਾਮਯਾਬ ਕਰਦੇ ਆ। ਨਹੀਂ ਦੇਖੋ, ਕੋਈ ਸ਼ਰਤ ਨਹੀਂ ਵੀ ਫਿਲਮ ਪੈਸੇ ਬਿਨਾਂ ਨਹੀਂ ਬਣਦੀ ਜੀ, ਪੈਸਾ ਚਾਹੀਦਾ ਹੀ ਹੈ, ਪਰ ਪੈਸੇ ਦੇ ਨਾਲ ਤੁਹਾਨੂੰ ਸੂਝ ਵੀ ਚਾਹੀਦੀ ਹੈ ਜੀ। ਅਗਰ ਸੂਝ ਔਰ ਪੈਸਾ ਦੋਨੋਂ ਇਕੱਠੇ ਹੋ ਜਾਂਦੇ ਨੇ ਜੀ, ਇੱਕ ਤਾਂ ਮੈਂ ਕਹੂੰਗਾ ਮੇਰੇ ਪੰਜਾਬੀ ਵੀਰਾਂ ਨੂੰ ਵੀ ਭਾਈ ਫਿਲਮ ਬਣਾਉਣ ਵੇਲੇ ਕਦੇ ਕਾਹਲੀ ਨਾ ਕਰੋ, ਫਿਰ ਉਹਨੂੰ ਪਹਿਲਾਂ ਟੇਬਲ ਤੇ ਬਣਾਓ ਜੀ, ਪਹਿਲਾਂ 10 ਬੰਦਿਆਂ ਨੂੰ ਸੁਣਾਓ, 20 ਨੂੰ ਸੁਣਾਓ, 50 ਨੂੰ ਸੁਣਾਓ। ਜੇ ਉਹ ਤੁਸੀਂ ਉਹ ਪੜਾਅ ਦੇ ਵਿੱਚੋਂ ਲੰਘ ਰਹੇ ਹੋ, ਉਹ ਥੱਲੇ ਵਾਲੇ ਪੜਾਅ ਦੇ ਵਿੱਚੋਂ ਲੰਘ ਰਹੇ ਹੋ, ਤਾਂ ਉਹਨੂੰ ਜਾ ਕੇ ਮਾਰਕੀਟ ਵਿੱਚ ਸਿੱਟੋ ਫਿਲਮ ਨੂੰ, ਤਾਂ ਕਿ ਲੋਕ ਬੇਸ਼ੁਰ ਹੋਣ ਵੀ ਯਾਰ ਜੇ ਆਪਾਂ 10 ਬੰਦੇ ਨਹੀਂ ਖੁਸ਼ ਕਰ ਸਕੇ ਤਾਂ 20 ਕਿਵੇਂ ਕਰ ਦਾਂਗੇ, 30 ਕਿਵੇਂ ਕਰ ਦਾਂਗੇ, ਹਜ਼ਾਰਾਂ ਕਿਵੇਂ ਕਰ ਦਾਂਗੇ। ਸੋ ਉਹਦੇ ਲਈ ਤੁਹਾਨੂੰ ਇੱਕ ਟੈਕਨੀਕਲ ਜਿਹੜੇ ਲੋਕ ਨੇ, ਜਿਹੜੇ ਐਡਵਾਈਜ਼ਰੀ ਕਮੇਟੀ ਕਰਦੇ ਨੇ, ਜਿਹੜੇ ਕਿ ਸਿਰਫ ਜਿਹਨਾਂ ਕੋਲ ਸੈਂਸ ਹੈ ਇੱਕ ਵੀ ਯਾਰ ਕਹਾਣੀ ਇਦਾਂ ਦੀ ਹੋਣੀ ਚਾਹੀਦੀ ਹੈ, ਤੁਹਾਨੂੰ ਟੁੰਬਦੀ ਹੈ, ਤੁਹਾਨੂੰ ਅਗਾਂਹ ਉਹਦਾ ਗ੍ਰਾਫ ਅੱਗੇ ਨੂੰ ਵੱਧਦਾ ਹੈ ਕਿ ਨਹੀਂ, ਉਹਨਾਂ ਲੋਕਾਂ ਨੂੰ ਨਾਲ ਲੈ ਕੇ ਉਹਨੂੰ ਲੱਭੋ ਕਿੱਥੇ ਨੇ, ਉਹਨਾਂ ਲੋਕਾਂ ਨੂੰ ਨਾਲ ਲਾਓ, ਉਹਨਾਂ ਤੋਂ ਨਾਲ ਲੈ ਕੇ ਉਹਨਾਂ ਨੂੰ ਪੂਰਾ ਆਪਣੇ ਜਿਊਰੀ ਦਾ ਮੈਂਬਰ ਬਣਾ ਕੇ ਨਾਲ ਉਹਨਾਂ ਨੂੰ ਜੱਜਮੈਂਟ ਦੇ ਤੌਰ ਤੇ ਨਾਲ ਲੈ ਕੇ ਉਹਨਾਂ ਨੂੰ ਰਲਾ ਕੇ ਉਹਨਾਂ ਨਾਲ ਫਿਲਮ ਬਣਾਓ। ਟੈਕਨੀਸ਼ੀਅਨ ਵਧੀਆ ਲਾਓ ਤੁਸੀਂ, ਕਿ ਫਿਲਮ ਚੰਗੀ ਸੋਚ ਨਾਲ ਫਿਲਮ ਬਣਦੀ ਹੈ। ਟਾਂਗੇ ਸਾਹਿਬ, ਇਹਨਾਂ ਵਡਮੁੱਲੇ ਸੁਝਾਵਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਨਾਲ ਤੁਹਾਨੂੰ ਆ ਰਹੀਆਂ ਤੁਹਾਡੀਆਂ ਫਿਲਮਾਂ ਦੀ ਬਹੁਤ ਸਾਰੀਆਂ ਸ਼ੁਭ ਇਛਾਵਾਂ। ਥੀਏਟਰ ਦੇ ਵਿੱਚ ਤੁਸੀਂ ਕੰਮ ਕਰ ਹੀ ਰਹੇ ਹੋ, ਤੁਸੀਂ ਦੱਸਿਆ ਕਿ ਤੁਹਾਡਾ ਨਾਟਕ ਆ ਰਿਹਾ, ਉਹਦੇ ਲਈ ਬਹੁਤ ਬਹੁਤ ਸ਼ੁਭ ਇਛਾਵਾਂ। ਤੁਸੀਂ ਜਿਹੜੀ ਪੰਜਾਬੀ ਥੀਏਟਰ ਦੀ, ਪੰਜਾਬੀ ਫਿਲਮਾਂ ਦੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਔਰ ਜਿੰਨੀ ਜ਼ਿਆਦਾ ਤੁਸੀਂ ਸੂਝ-ਬੂਝ ਰੱਖਦੇ ਹੋ, ਕਾਸ਼ ਕਿ ਉਸ ਲੈਵਲ ਦੀਆਂ ਫਿਲਮਾਂ, ਉਸ ਤਰੀਕੇ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਸਾਨੂੰ ਪੰਜਾਬੀ ਸਿਨੇਮੇ ਦੇ ਵਿੱਚੋਂ ਵੇਖਣ ਨੂੰ ਮਿਲਣ। ਤੇ ਥੀਏਟਰ ਜਿਹੜਾ ਆ ਉਹਦੇ, ਮੈਂ ਪਹਿਲੀ ਗੱਲ ਦਰਸ਼ਕ ਹਾਂ, ਦੂਜੀ ਗੱਲ ਤੁਹਾਡੇ ਨਾਲ ਸੰਬੰਧਿਤ ਵੀ ਰਿਹਾ, ਤੇ ਥੀਏਟਰ ਦੇ ਵਿੱਚ ਬਹੁਤ ਸਾਰੇ ਤਜਰਬੇ ਹਾਲੇ ਹੋਣ ਵਾਲੇ ਬਾਕੀ ਆ। ਪੰਜਾਬ ਦੇ ਵਿੱਚ ਤਾਂ ਪਤਾ ਨਹੀਂ, ਪਰ ਵਿਦੇਸ਼ਾਂ ਦੇ ਵਿੱਚ ਇਹ ਤਜਰਬੇ ਹੋ ਰਹੇ ਆ ਤੇ ਕਿਸੇ ਹੱਦ ਤੱਕ ਕਾਮਯਾਬ ਵੀ ਨੇ। ਔਰ ਤੁਹਾਡੀਆਂ ਸਾਰੀਆਂ ਐਫਰਟਸ ਦੇ ਲਈ ਤੁਹਾਨੂੰ ਬਹੁਤ ਬਹੁਤ ਸ਼ੁਭ ਇਛਾਵਾਂ। ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸ਼ਾਹ ਸਾਹਿਬ, ਮਿਹਰਬਾਨੀ ਹੈ। ਤੇ TV1 ਪੰਜਾਬ ਦੇਖਣ ਵਾਲੇ ਸਾਰੇ ਸਰੋਤਿਆਂ ਵੱਲੋਂ ਮੈਂ ਫਿਰ ਸਤਿ ਸ੍ਰੀ ਅਕਾਲ ਕਹਿਣਾ। ਤੇ ਇੱਕ ਗੱਲ ਦੀ ਮੈਂ ਜ਼ਰੂਰ ਮਾਫੀ ਮੰਗਦਾ ਕਿ ਮੈਂ ਵੱਧ ਚੜ ਕੇ ਕੋਈ ਗੱਲ ਕਹਿ ਦਿੱਤੀ ਹੋਵੇ ਤਾਂ ਮੈਂ ਮਾਫੀ ਦਾ ਖਾਸਦਾਰ। ਮੈਂ ਇੰਨਾ ਕਾਬਿਲ ਇਨਸਾਨ ਨਹੀਂ ਹੈ, ਬਸ ਮੇਰੇ ਦਿਲ ਦੇ ਵਿੱਚ ਜੋ ਮੇਰੇ ਬਲਬਲਾ ਸੀਗਾ, ਮੈਂ ਆਪਣੀ ਇੱਕ ਟਿੱਪਣੀ ਜਾਂ ਇੱਕ ਆਪਣੀ ਸੋਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਨੂੰ ਜੇ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਸਤਿ ਸ੍ਰੀ ਅਕਾਲ।